मैं मनवीर कौर सोशल पोस्ट ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਵਰਲਡ ਵਾਰ 2 ਦੀ ਰਾਖ ਚੋਂ ਪੈਦਾ ਹੋਈਆਂ ਦੋ ਸੁਪਰ ਪਾਵਰਾਂ ਯੂਐਸਏ ਐਂਡ ਸੋਵੀਅਤ ਯੂਨੀਅਨ, ਜਿਨ੍ਹਾਂ ਦੇ ਵਿੱਚ ਬਾਅਦ ਵਿੱਚ ਇੱਕ ਲੰਬੀ ਕੋਲਡ ਵਾਰ ਦੀ 50 ਸਾਲ ਲੰਬੀ ਇੱਕ ਕੋਲਡ ਵਾਰ ਚੱਲਦੀ ਹੈ, ਜਿਹਦੀਆਂ ਅਣਗਿਣਤ ਕਹਾਣੀਆਂ ਨੇ ਜਿਹੜੀਆਂ ਆਪਣੇ ਆਪ 'ਚ ਬਹੁਤ ਇੰਟਰਸਟਿੰਗ ਨੇ, ਰੋਚਕ ਨੇ, ਔਰ ਕਈਆਂ ਦੇਸ਼ਾਂ ਨੂੰ ਬਹੁਤ ਵੱਡਾ ਨੁਕਸਾਨ ਉਹਨਾਂ ਦੇ ਵਿੱਚੋਂ ਚੱਲਣਾ ਪਿਆ। ਪੋਸਟ ਕਲੋਨੀਅਲਿਜ਼ਮ ਹੁੰਦਾ, ਡੀਕੋਲੋਨਾਈਜੇਸ਼ਨ ਹੁੰਦੀ ਆ। ਬ੍ਰਿਟੇਨ ਇੱਕ ਤਰ੍ਹਾਂ ਦੇ ਨਾਲ ਓਡੀ ਵੱਡੀ ਤਾਕਤ ਜਿਹੜਾ ਉਹ ਨਹੀਂ ਰਹਿੰਦਾ। ਅੱਜ ਦੇ ਸਮੇਂ ਦੇ ਵਿੱਚ ਅਗਰ ਆਪਾਂ ਪੂਰੇ ਵਰਲਡ ਨੂੰ ਦੇਖੀਏ, ਪੂਰਾ ਵਰਲਡ ਆਰਡਰ ਦੇਖੀਏ ਕਿ ਕਿਹੜਾ ਕਿੱਥੇ ਖੜਾ ਹੈ, ਤਾਂ ਇਹਦੇ ਅਲੱਗ-ਅਲੱਗ ਪੈਰਾਮੀਟਰਸ ਨੇ। ਪਹਿਲਾ ਅਗਰ ਆਪਾਂ ਮਿਲਟਰੀ ਦੀ ਤਾਕਤ ਦੇ ਪੱਖ ਤੋਂ ਦੇਖੀਏ ਤਾਂ ਜਿਹੜਾ ਅਮਰੀਕਾ ਹੈ ਉਹ ਆਪਣੇ ਆਪ 'ਚ ਹੀ ਬਹੁਤ ਵੱਡੀ ਤਾਕਤ ਹੈ, ਔਰ ਉਹ ਇੱਕ ਯੂਨੀਪੋਲਰ ਹੀ ਆਪਣੇ ਆਪ ਦੇ ਵਿੱਚ ਲੱਗਦਾ ਪੂਰੀ ਦੁਨੀਆ। ਅਗਰ ਆਪਾਂ ਮਿਲਟਰੀ ਨੂੰ, ਹਥਿਆਰਾਂ ਨੂੰ, ਆਰਮੀ ਨੂੰ, ਇਹਨਾਂ ਚੀਜ਼ਾਂ ਦੀ ਸਟਰੈਂਥ ਨੂੰ, ਤਾਕਤ ਨੂੰ ਦੇਖਦੇ ਹਾਂ। ਪਰ ਅਗਰ ਆਪਾਂ ਆਰਥਿਕਤਾ ਨੂੰ ਨਜ਼ਰ ਮਾਰੀਏ, ਉਸਨੂੰ ਪੈਰਾਮੀਟਰ ਬਣਾਈਏ, ਤਾਂ ਜਿਹੜਾ ਦੁਨੀਆ ਆ ਬਾਈਪੋਲਰ ਦੁਬਾਰਾ ਤੋਂ ਨਜ਼ਰ ਆ ਰਹੀ ਆ। ਪਰ ਇਸ ਵਾਰੀ ਅਮਰੀਕਾ ਦੇ ਸਾਹਮਣੇ ਖੜਾ ਹੈ ਚਾਈਨਾ ਲਗਾਤਾਰ ਹੀ ਜਿਹੜਾ ਗੈਪ ਹੈ ਬਿਟਵੀਨ ਅਮਰੀਕਾ ਐਂਡ ਚਾਈਨਾ ਦਾ ਇਕਨੋਮਿਕ ਮਜ਼ਬੂਤੀ ਦਾ ਜਿਹੜਾ ਗੈਪ ਆ ਉਹਨੂੰ ਘਟਾਉਂਦਾ ਹੋਇਆ ਜਾ ਰਿਹਾ। ਔਰ ਇਹਦੇ ਨਾਲ ਪਤਾ ਲੱਗ ਰਿਹਾ ਹੈ ਕਿ ਇੱਕ ਚਾਈਨਾ ਦੀ ਡੋਮੀਨੈਂਸ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਸਿਰਦਰਦੀ ਹੈ ਅਮਰੀਕਾ ਦੇ ਲਈ। ਔਰ ਇਹਦੇ ਵਿੱਚੋਂ ਦੋਨੋਂ ਸੁਪਰ ਪਾਵਰਾਂ ਕਿਹੜਾ ਆਪਣੇ ਆਪ ਦੇ ਵਿੱਚ ਪੂਰੇ ਗਲੋਬ ਦਾ ਸਭ ਤੋਂ ਤਾਕਤਵਰ ਦੇਸ਼ ਹੋਏਗਾ, ਉਹਦੇ ਲਈ ਇੱਕ ਤਰ੍ਹਾਂ ਦੇ ਨਾਲ ਕਾਫੀ ਬੈਲੈਂਸਿਸ ਕਰਨ ਦੀ ਕੋਸ਼ਿਸ਼ ਕਰਨਗੇ, ਜਿਹੜੇ ਉਹਨਾਂ ਦੇ ਅੰਦਰੂਨੀ ਦੇਸ਼ ਦੇ ਵਿੱਚੋਂ ਵੀ ਹੋਣਗੇ ਔਰ ਬਾਹਰਲੇ ਐਲਾਈਜ਼ ਦੇ ਥਰੂ ਵੀ ਹੋਣਗੇ। ਇੱਕ ਕੰਪੀਟੀਸ਼ਨ ਨਜ਼ਰ ਆਏਗਾ। ਜਦੋਂ ਆਪਾਂ ਇੰਡੀਆ ਨੂੰ ਦੇਖਦੇ ਹਾਂ ਤਾਂ ਇੰਡੀਆ ਇੱਕ ਅਮਰੀਕਾ ਦੇ ਪੱਖ ਤੋਂ ਬਹੁਤ ਵੱਡੀ ਸਟ੍ਰੈਟੇਜਿਕ ਡੋਮੀਨੈਂਸ ਰੱਖਦਾ ਹੈ। ਚਾਈਨਾ ਦੀ ਡੋਮੀਨੈਂਸ ਨੂੰ ਟੈਕਲ ਕਰਨ ਦੇ ਲਈ ਇੰਡੀਆ ਦਾ ਬਹੁਤ ਵੱਡਾ ਰੋਲ ਹੋ ਸਕਦਾ। ਔਰ ਇਹੀ ਚੀਜ਼ ਨੂੰ ਇੱਕ ਇਸ ਵਾਰੀ ਦੇਖਿਆ ਜਾ ਰਿਹਾ ਹੈ ਕਿ ਅਮਰੀਕਾ ਔਰ ਇੰਡੀਆ ਦੇ ਜਿਹੜੇ ਆਪਸੀ ਰਿਲੇਸ਼ਨਸ਼ਿਪ ਹੈ ਉਹਨਾਂ ਦੇ ਵਿੱਚ ਇੱਕ ਪੈਰਾਡਾਈਮ ਸ਼ਿਫਟ ਆ ਰਿਹਾ। ਉਹ ਪੈਰਾਡਾਈਮ ਸ਼ਿਫਟ ਕੀ ਹੈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਅਮਰੀਕਾ ਜਾ ਰਹੇ ਨੇ ਆਪਣੇ 4 ਦਿਨਾਂ ਦੇ ਦੌਰੇ ਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕਾ ਔਰ ਇੰਡੀਆ ਦੇ ਰਿਲੇਸ਼ਨਸ਼ਿਪਸ ਦੇ ਵਿੱਚ ਇਹ ਜਿਹੜਾ ਟੈਕਟੋਨਿਕ ਸ਼ਿਫਟ ਆਇਆ, ਇੱਕ ਬਹੁਤ ਵੱਡਾ ਸਟ੍ਰੈਟੇਜਿਕ ਸ਼ਿਫਟ ਆਇਆ, ਜਿਹਨੂੰ ਇਹ ਕਿਹਾ ਜਾ ਰਿਹਾ ਕਿ ਹੁਣ ਮਿਲਟਰੀ ਦੇ ਪੱਖ ਤੋਂ ਨਹੀਂ ਬਲਕਿ ਅਰਥ ਵਿਵਸਥਾ ਦੇ ਪੱਖ ਤੋਂ ਹੈਗਾ। ਇਹ ਕੀ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਨਾਲ ਹੀ ਇਹਦੇ ਚੋਂ ਭਾਰਤ ਨੂੰ ਕੀ ਫਾਇਦਾ ਹੋ ਸਕਦਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਖਾਸ ਤੌਰ ਤੇ ਪੰਜਾਬੀ ਆਡੀਅנס ਦੇ ਲਈ, ਕਿ ਪੰਜਾਬ ਨੂੰ ਕੀ ਫਾਇਦਾ ਹੋ ਸਕਦਾ ਇੰਡੀਆ ਔਰ ਯੂਐਸ ਤੇ ਜਿਹੜੀ ਪਾਰਟਨਰਸ਼ਿਪ ਕਹਿ ਲਈਏ ਜਾਂ ਰਿਲੇਸ਼ਨਸ਼ਿਪ ਕਹਿ ਲਈਏ, ਇਹਦੇ ਵਿੱਚ ਜਿਹੜਾ ਨਵਾਂ ਸ਼ਿਫਟ ਆਇਆ ਇਸ ਤੋਂ। ਸੋ ਇਹਨੂੰ ਹੀ ਸਮਝਣ ਦੇ ਲਈ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ, ਕਿਉਂਕਿ ਚਾਈਨਾ ਜਿਹੜਾ ਉਹ ਏਸ਼ੀਆ ਦਾ ਹਿੱਸਾ, ਔਰ ਏਸ਼ੀਆ ਦੇ ਵਿੱਚ ਵੀ ਚਾਈਨਾ ਦੀ ਡੋਮੀਨੈਂਸ ਨੂੰ ਖਤਮ ਕਰਨ ਦੇ ਲਈ ਜਾਂ ਉਹਦੀ ਡੋਮੀਨੈਂਸ ਨੂੰ ਰੋਕਣ ਲਈ ਬਹੁਤ ਦੇਸ਼ ਨੇ ਜਿਹੜੇ ਨਹੀਂ ਚਾਹੁੰਦੇ। ਇਸੇ ਕਰਕੇ ਇੰਡੋ ਪੈਸੀਫਿਕ ਸਟ੍ਰੈਟੇਜੀਜ਼ ਜਿਹੜੀਆਂ ਨੇ ਉਹ ਬਣ ਰਹੀਆਂ ਨੇ। ਆਪਾਂ ਦੇਖਿਆ ਕੋਵਿਡ ਦੇ ਦੌਰ ਦੇ ਵਿੱਚ ਵੀ LAC ਦੇ ਉੱਤੇ ਕਾਫੀ ਕਨਫਲਿਕਟ ਕੇਓਸ ਜਿਹੜਾ ਬਿਟਵੀਨ ਚਾਈਨਾ ਐਂਡ ਇੰਡੀਆ ਦੇ ਵਿੱਚ ਨਜ਼ਰ ਆਇਆ। ਪਰ ਇਹਨਾਂ USA ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਇੱਕ ਨਵੇਂ ਪੱਧਰ ਤੇ ਗਏ ਨੇ, ਉਹਦੇ ਚੋਂ ਅਸੀਂ ਕੀ ਕੱਢ ਸਕਦੇ ਹਾਂ, ਉਹਦੇ ਲਈ ਮੈਂ ਖਾਸ ਮਹਿਮਾਨ ਨੇ ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਗਰੇਵਾਲ। ਮੈਂ ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਉਹਨਾਂ ਦਾ ਥੈਂਕ ਯੂ ਕਰਦੇ ਹਾਂ। ਸਰ ਥੈਂਕ ਯੂ, ਤੁਸੀਂ ਆਪਣਾ ਸਮਾਂ ਕੱਢਿਆ ਔਰ ਸਾਡੇ ਨਾਲ ਜੁੜੇ। ਮਨਵੀਰ ਜੀ ਬਹੁਤ ਮਿਹਰਬਾਨੀ। ਮੇਰਾ ਪਹਿਲਾ ਸਵਾਲ ਤੁਹਾਡੇ ਵੱਲ ਇਹੀ ਹੈ ਕਿ ਪੰਜਾਬ ਦੇ ਲਈ ਜਿਹੜੇ ਇੰਡੀਆ ਔਰ USA ਦੀ ਜਿਹੜੀ ਇਹਨਾਂ ਦੇ ਆਪਸੀ ਟਾਈਜ਼ ਹੈਗੇ ਆ, ਜਿਹੜਾ ਉਹਦੇ ਵਿੱਚ ਪੈਰਾਡਾਈਮ ਸ਼ਿਫਟ ਕਿਹਾ ਜਾ ਰਿਹਾ, ਉਹਨੂੰ ਆਪਾਂ ਨੂੰ ਪੰਜਾਬ ਨੂੰ ਸਮਝਣਾ ਜ਼ਰੂਰੀ ਹੈ ਕਿ ਨਹੀਂ ਹੈ? ਕਿਉਂਕਿ ਬਹੁਤ ਘੱਟ ਇੰਟਰਸਟ ਜਿਹੜਾ ਨੇ ਆਪਣੀ ਆਡੀਅנס ਮੈਨੂੰ ਲੱਗਦਾ ਕਿ ਦਿਖਾਉਂਦੀ ਏਦਾਂ ਦੇ ਟੌਪਿਕਾਂ 'ਚ। ਸੋ ਪਹਿਲਾਂ ਤੁਸੀਂ ਸਾਨੂੰ ਦੱਸੋ ਵੀ ਇਹਦੇ ਤੇ ਗੱਲਬਾਤ ਕਿਉਂ ਕਰਨੀ ਚਾਹੀਦੀ ਹੈਗੀ ਆ? ਇਸ ਤਰ੍ਹਾਂ ਹੈਗਾ ਕਿ ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਬਹੁਤ ਅੱਛੀ ਤਰ੍ਹਾਂ ਨਾਲ ਇਹ ਗੱਲ ਰੱਖੀ ਹੈ ਸਾਹਮਣੇ ਕਿ ਪ੍ਰਾਈਮ ਮਿਨਿਸਟਰ ਮੋਦੀ 21 ਜਾਂ 22 ਤਰੀਕ ਨੂੰ ਯੂਨਾਈਟਿਡ ਸਟੇਟਸ ਜਾ ਰਹੇ ਨੇ, ਔਰ ਇਹਨੂੰ ਬਿਲਕੁਲ ਸਾਰੀ ਦੁਨੀਆ ਵੱਲੋਂ ਇੱਕ ਬਹੁਤ ਹੀ ਪੈਰਾਡਾਈਮ ਸ਼ਿਫਟ ਸਮਝੀ ਜਾ ਰਹੀ ਹੈ, ਜਿਵੇਂ ਤੁਸੀਂ ਐਕਸਪਲੇਨ ਕੀਤਾ। ਤੇ ਇਸ ਤੋਂ ਪਹਿਲਾਂ ਕਿਉਂਕਿ ਜਿਹੜੇ ਯੂਨਾਈਟਿਡ ਸਟੇਟਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਜੇਕ ਸਿਲੀਵਾਨ, ਉਹ ਵੀ ਇੰਡੀਆ ਆਏ ਤੇ ਇਹ ਸਾਰੀ ਗੱਲਬਾਤ ਔਰ ਉਹਨਾਂ ਦਾ ਜਿਹੜੀ ਸਾਰੀ ਪੁਰਾਣੀ ਮਤਲਬ ਉਹਨਾਂ ਦੀ ਸੋਚ ਆ, ਉਹਨਾਂ ਦੀ ਜਿਹੜੀ ਆਈਡੀਓਲੋਜੀ ਆ, ਜਦੋਂ ਆਪਾਂ ਉਹਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਦੇਖਦੇ ਹਾਂ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਉਹਨਾਂ ਨੇ ਜਿਹੜੀ ਜੋ ਬਿਡਨ ਉਹਨਾਂ ਦੇ ਇਲੈਕਸ਼ਨ ਵੇਲੇ ਵੀ ਜਿਹੜੀ ਇੱਕ ਆਈਡੀਓਲੋਜੀ ਸਾਹਮਣੇ ਰੱਖੀ ਸੀ, ਇੱਕ ਜਿਹੜਾ ਉਹਨਾਂ ਨੇ ਪੇਪਰ ਵੀ ਪਬਲਿਸ਼ ਕੀਤਾ ਸੀ, ਉਹਦੇ ਵਿੱਚ ਇਹੀ ਸੀਗਾ ਕਿ ਇਸ ਵੇਲੇ ਅਮਰੀਕਾ ਨੂੰ ਜਿਹੜੀ ਜੀਓ ਸਟ੍ਰੈਟੇਜਿਕ ਪੋਜੀਸ਼ਨ ਆ ਉਹਦੇ ਮੁਕਾਬਲੇ ਵਿੱਚ ਜਿਹੜੀ ਜੀਓ ਇਕਨੋਮਿਕ ਪੋਜੀਸ਼ਨ ਆ ਉਹਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਹੁਣ ਕੀ ਆ ਕਿ ਜਦੋਂ ਆਪਾਂ ਦੇਖਦੇ ਹਾਂ
70s 80s ਦੇ ਵਿੱਚ ਯੂਨਾਈਟਿਡ ਸਟੇਟਸ ਚਾਈਨਾ ਵੱਲ ਨੂੰ ਟਿਲਟ ਕੀਤਾ ਸੀ। ਉਸ ਵੇਲੇ ਜਿਹੜੀ ਇੰਪੋਰਟੈਂਟ ਗੱਲ ਸੀ ਉਹ ਸੀ ਜੀਓਪੋਲੀਟੀਕਲ। ਤੇ ਉਸ ਵੇਲੇ ਹੌਲੀ ਹੌਲੀ ਜਿਵੇਂ ਤੁਸੀਂ ਬਿਲਕੁਲ ਐਕਸਪਲੇਨ ਕੀਤਾ ਕਿ ਜਿਹੜੀ ਇੱਕ ਆਫਟਰ ਕੋਲਡ ਵਾਰ ਜਿਹੜਾ ਇੱਕ ਮਲਟੀਪੋਲਰ ਵਰਲਡ ਸੀ ਉਹ ਸਾਨੂੰ ਇੱਕ ਬਾਈਪੋਲਰ ਵਰਲਡ ਦੇ ਰੂਪ ਦੇ ਵਿੱਚ ਦਿਖਾਈ ਦੇਣ ਲੱਗ ਗਿਆ ਸੀ, ਜਿਹਦੇ ਇੱਕ ਪਾਸੇ ਅਮਰੀਕਾ ਸੀ, ਦੂਸਰੇ ਪਾਸੇ ਚਾਈਨਾ ਸੀ। ਕਹਿਣ ਤੋਂ ਮਤਲਬ ਆ ਕਿ ਚਾਈਨਾ ਆਪਣੀ ਇੱਕ ਜਿਹੜੀ ਪ੍ਰੈਜ਼ੈਂਸ ਆ ਉਹ ਬਹੁਤ ਅੱਛੀ ਤਰ੍ਹਾਂ ਨਾਲ ਉਹਨੇ ਸਾਹਮਣੇ ਲਿਆਂਦੀ ਆ, ਪਾਰਟਿਕੂਲਰਲੀ ਇਕੋਨੋਮੀ ਦੇ ਵਿੱਚ। ਹੁਣ ਜਦੋਂ ਅਸੀਂ ਇਸ ਸਿਚੁਏਸ਼ਨ 'ਚ ਦੇਖਦੇ ਹਾਂ ਤੇ ਜਿਵੇਂ ਤੁਸੀਂ ਇਹ ਦੱਸਿਆ ਕਿ ਜਿਹੜੀ ਚਾਈਨਾ ਜਦੋਂ ਇਸ 2 ਨੰਬਰ ਦੀ ਪੋਜੀਸ਼ਨ ਦੇ ਵਿੱਚ ਜਾਂ ਇਕੁਅਲ ਪੋਜੀਸ਼ਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਜਿਹੜਾ ਅਮਰੀਕਾ ਉਹ ਆਪਣੀ ਪੋਜੀਸ਼ਨ ਬਚਾਉਣ ਲਈ ਉਹਨੂੰ ਜ਼ਰੂਰ ਇਹ ਮਹਿਸੂਸ ਹੋਇਆ ਕਿ ਕਿਵੇਂ ਨਾ ਕਿਵੇਂ ਉਸ ਜਿਹੜੀ ਚਾਈਨਾ ਦੀ ਵੱਧ ਰਹੀ ਪਾਵਰ ਆ ਉਹਨੂੰ ਬੈਲੈਂਸ ਕੀਤਾ ਜਾਵੇ। ਸੋ ਇੱਕੋ ਹੀ ਇੱਕ ਚੀਜ਼ ਉਹਨੂੰ ਦਿਖਾਈ ਦੇ ਰਿਹਾ ਸੀ ਮੁਲਕ, ਉਹ ਸੀ ਇੰਡੀਆ। ਸੋ ਇੰਡੀਆ ਦੇ ਨਾਲ ਮੈਂ ਸਮਝਦਾ ਇਸ ਵੇਲੇ ਕਿ ਜਿਸ ਤਰ੍ਹਾਂ ਨਾਲ 70s 80s ਦੇ ਵਿੱਚ ਅਮਰੀਕਾ ਨੇ ਚਾਈਨਾ ਦੇ ਨਾਲ ਉੱਥੇ 3 ਚੀਜ਼ਾਂ ਉਹਨਾਂ ਨੇ ਲੈ ਕੇ ਆਏ ਸੀ, ਟੈਕਨੋਲੋਜੀ ਲੈ ਕੇ ਗਏ, ਕੈਪੀਟਲ ਲੈ ਕੇ ਗਏ ਤੇ ਮਾਰਕੀਟਸ। ਸੋ ਇਹ ਤਿੰਨੋਂ ਚੀਜ਼ਾਂ ਇਸ ਵੇਲੇ ਜਿਵੇਂ ਉਸ ਮਤਲਬ ਉਹਨਾਂ ਨੇ ਅਮਰੀਕਨ ਇਹਨਾਂ ਤਿੰਨਾਂ ਚੀਜ਼ਾਂ ਦੀ ਹੈਲਪ ਦੇ ਨਾਲ ਇੱਕ ਆਪਣੀ ਇਕੋਨੋਮੀ ਬਿਲਡ ਕਰ ਲਈ, ਇਸ ਲੈਵਲ ਤੇ ਲੈ ਗਏ। ਸਿਮਿਲਰਲੀ ਇੰਡੀਆ ਵੀ ਇਸੇ ਤਰ੍ਹਾਂ ਮੈਂ ਸਮਝਦਾ ਦੇਖ ਰਿਹਾ ਕਿ ਅਗਰ ਇਹ ਚੀਜ਼ ਸਕਸੈਸਫੁਲ ਹੁੰਦੀ ਹੈ ਵਿਜ਼ਿਟ, ਜਿਵੇਂ ਇੰਡੀਆ ਦੇ ਵਿੱਚ ਵੀ ਜਾਂ ਉੱਥੇ ਵੀ ਨੈਗੋਸੀਏਸ਼ਨਸ ਚੱਲ ਰਹੀਆਂ ਨੇ, ਤਾਂ ਮੈਨੂੰ ਲੱਗਦਾ ਕਿ ਇੰਡੀਆ ਬਹੁਤ ਹੀ ਇਹਦਾ ਬੈਨੀਫਿਟ ਉਠਾ ਸਕਦਾ ਕਿ ਇੰਡੀਆ ਦੇ ਵਿੱਚ ਅਗਰ ਸਾਰੀਆਂ ਨਵੀਆਂ ਟੈਕਨੋਲੋਜੀਜ਼ ਆਉਂਦੀਆਂ ਨੇ, ਨਵੀਂ ਕੈਪੀਟਲ ਦਾ ਇਨਫਲੋ ਹੁੰਦਾ ਔਰ ਮਾਰਕੀਟਸ ਅਵੇਲੇਬਲ ਹੁੰਦੀਆਂ ਨੇ, ਤਾਂ ਇਹ ਜਿਹੜੀ ਇੰਡੀਆ ਲਈ ਬਹੁਤ ਬੈਨੀਫਿਟ ਹੋ ਸਕਦਾ। ਔਰ ਜਿਹੜਾ ਇਹ ਏਜੰਡਾ ਵੀ ਮੈਨੂੰ ਲੱਗ ਰਿਹਾ ਰੱਖਿਆ ਗਿਆ, ਇਹਦੇ ਵਿੱਚ 2 ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਪਹਿਲੀ ਤਾਂ ਇਹ ਕਿ ਡਿਫੈਂਸ ਜਿਹੜੀ ਇੰਡਸਟਰੀਅਲ ਕੋਲੈਬੋਰੇਸ਼ਨ ਆ ਉਹਨੂੰ ਕਿਵੇਂ ਫਾਈਨਲ ਕਰਨਾ। ਸੋ ਜਿਹੜੀ ਇਹਦੇ ਵਿੱਚ ਡਿਫੈਂਸ ਇੰਡਸਟਰੀਅਲ ਕੋਲੈਬੋਰੇਸ਼ਨ ਤੋਂ ਬਾਅਦ ਜਿਹੜੀ ਦੂਸਰੀ ਬਹੁਤ ਵੱਡੀ ਚੀਜ਼ ਆ ਉਹ ਹੈਗੀ ਹਾਈ ਟੈਕਨੋਲੋਜੀ ਜਾਂ ਇਮਰਜਿੰਗ ਟੈਕਨੋਲੋਜੀਜ਼ ਦੇ ਵਿੱਚ ਟ੍ਰੇਡ ਨੂੰ ਕਿਵੇਂ ਐਨਕਰੇਜ ਕੀਤਾ ਜਾ ਸਕਦਾ, ਬੂਸਟ ਕੀਤਾ ਜਾ ਸਕਦਾ। ਸੋ ਇਹ ਦੋਨੋਂ ਚੀਜ਼ਾਂ ਦਾ ਇੰਡੀਆ ਬਹੁਤ ਹੀ ਜ਼ਿਆਦਾ ਫਾਇਦਾ ਉਠਾ ਸਕਦਾ। ਇਸੇ ਹੀ ਆਸ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ 'ਚ ਜਾ ਰਹੇ ਨੇ। ਜਦੋਂ ਕੋਲਡ ਵਾਰ ਦਾ ਇਰਾ ਸੀ ਜਾਂ ਅੱਜ ਤੋਂ ਪਹਿਲਾਂ, ਕਿਉਂਕਿ ਇਹ ਪ੍ਰਾਈਮ ਮਿਨਿਸਟਰ ਮੋਦੀ ਦੀ ਪਹਿਲੀ ਆਫੀਸ਼ੀਅਲ ਸਟੇਟ ਵਿਜ਼ਿਟ ਹੈਗੀ ਆ, ਮਤਲਬ ਕਿ ਅਮਰੀਕਨ ਪ੍ਰੋਟੋਕਾਲ ਦੇ ਹਿਸਾਬ ਨਾਲ ਉਹੀ ਜੋ 21 ਤੋਪਾਂ ਦੀ ਸਲਾਮੀ ਐਂਡ ਉਹ ਸਪੈਸ਼ਲ ਇਨਵੀਟੇਸ਼ਨ ਤੇ ਇਟ ਇਜ਼ ਨਾਟ ਦ ਲੀਡਰ ਹੂ ਇਜ਼ ਕਾਲਡ, ਇਟ ਇਜ਼ ਦ ਇੰਡੀਆ ਜਿਨ੍ਹਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਹੈਗਾ। ਸੋ ਇਹਦੇ ਵਿੱਚ ਪੈਰਾਡਾਈਮ ਸ਼ਿਫਟ ਹੈਗਾ ਕਿ ਇੱਕ ਤਾਂ ਅਮਰੀਕਾ ਆਪ ਉਹਨਾਂ ਨੂੰ ਬੁਲਾ ਰਿਹਾ ਹੈ, ਕਿਉਂਕਿ ਏਸ਼ੀਆ ਦੇ ਵਿੱਚੋਂ ਜਿਹੜੇ ਮਿਆਂਮਾਰ ਤਾਂ ਆਲਰੇਡੀ ਚਾਈਨਾ ਦੇ ਕੰਟਰੋਲ ਦੇ ਵਿੱਚ ਹੈ, ਬੰਗਲਾਦੇਸ਼ ਇਸ ਪਜ਼ਲਮੈਂਟ ਦਾ ਹਿੱਸਾ ਬਣਨਾ ਨਹੀਂ ਚਾਹੁੰਦਾ ਹੈਗਾ। ਸੋ ਉਹਨਾਂ ਦੇ ਕੋਲ ਪਾਕਿਸਤਾਨ ਇਸ ਵਾਰੀ ਕੋਈ ਆਪਸ਼ਨ ਨਹੀਂ ਹੈਗੀ, ਸੋ ਇੰਡੀਆ ਹੀ ਹੈਗਾ ਆ। ਸੋ ਮੇਰਾ ਤੁਹਾਨੂੰ ਪੁੱਛਣ ਦਾ ਹੈ ਕਿ ਇਹ ਜਿਹੜਾ ਪੈਰਾਡਾਈਮ ਸ਼ਿਫਟ ਹੈ, ਇਹ ਤੁਹਾਨੂੰ ਕੀ ਲੱਗ ਰਿਹਾ ਕਿ ਕੋਲਡ ਵਾਰ ਦੇ ਵਿੱਚ ਜਿਵੇਂ ਮਿਲਟਰੀ ਦੀ ਇਨਫਲੂਐਂਸ ਜ਼ਿਆਦਾ ਸੀ, ਇਸ ਵਾਰੀ ਉਹ ਮਿਲਟਰੀ ਵਾਲਾ ਨਹੀਂ ਹੈਗਾ, ਇਸ ਵਾਰੀ ਇੱਕ ਤਰ੍ਹਾਂ ਦੇ ਨਾਲ ਅਰਥ ਵਿਵਸਥਾ ਨੂੰ ਬੜਾਵਾ ਦਿੱਤਾ ਜਾਏਗਾ ਤਾਂ ਕਿ ਚਾਈਨਾ ਨੂੰ ਕੰਪੀਟੀਸ਼ਨ ਦੇ ਸਕੇ ਇੰਡੀਆ ਕੱਲ ਨੂੰ। ਕੀ ਇਹ ਰਿਸ਼ਤਾ ਜਿਹੜਾ ਆ ਇਹ ਸਿਰਫ ਟਾਈਜ਼ ਹੀ ਨੇ ਕਿ ਪਾਰਟਨਰ ਬਣ ਰਹੇ ਨੇ ਜਾਂ ਇੱਕ ਬੈਸਟ ਫਰੈਂਡ ਬਣ ਰਹੇ ਨੇ, ਕੀ ਸਿਸਟਮ ਹੈ ਸਰ? ਦੇਖੋ ਮਨਵੀਰ ਜੀ, ਇੱਕ ਗੱਲ ਤੇ ਬਹੁਤ ਕਲੀਅਰ ਆ ਕਿ ਅਗਰ ਇਹਨੂੰ ਪੈਰਾਡਾਈਮ ਸ਼ਿਫਟ ਕਿਹਾ ਜਾ ਰਿਹਾ ਤਾਂ ਇਹੀ ਪੈਰਾਡਾਈਮ ਸ਼ਿਫਟ ਦਾ ਮੀਨਿੰਗ ਇਹੀ ਹੈ ਇਸ ਵੇਲੇ ਕਿ ਮੈਂ ਉਹਨੂੰ ਇੱਕ ਬਹੁਤ ਸਿੰਪਲ ਐਗਜ਼ਾਮਪਲ ਲੈ ਕੇ ਤੁਹਾਡੇ ਨਾਲ ਗੱਲ। ਇੱਕ ਟਾਈਮ ਸੀ ਜਦੋਂ ਸਾਰੀ ਦਾਰੋਮਦਾਰ, ਸਾਰੀ ਡਿਪੈਂਡੈਂਸ ਲੈਂਡ ਦੇ ਉੱਤੇ ਹੁੰਦੀ ਸੀ। ਜਿਹਦੇ ਕੋਲ ਲੈਂਡ ਆ ਉਹਦੇ ਕੋਲ ਸਭ ਕੁਛ ਆ। ਲੈਂਡ ਹੀ ਵੈਲਿਊ ਪ੍ਰੋਡਿਊਸ ਕਰਦੀ ਸੀ, ਕੈਪੀਟਲ ਪ੍ਰੋਡਿਊਸ ਕਰਦੀ ਸੀ, ਲੈਂਡ ਹੀ ਜੌਬਸ ਪ੍ਰੋਡਿਊਸ ਕਰਦੀ ਸੀ ਤੇ ਸਭ ਕੁਝ ਲੈਂਡ ਤੋਂ ਹੀ ਮਿਲਦਾ ਸੀ। ਫਿਰ ਹੌਲੀ ਹੌਲੀ ਲੈਂਡ ਨੂੰ ਰਿਪਲੇਸ ਕਰ ਦਿੱਤਾ ਕੈਪੀਟਲ ਨੇ ਕਿ ਉਸੇ ਲੈਂਡ ਦੇ ਉੱਤੇ ਜਿੰਨੀ ਤੁਸੀਂ ਕੈਪੀਟਲ ਇਨਵੈਸਟਮੈਂਟ ਕਰੋਗੇ ਉਨਾ ਹੀ ਜ਼ਿਆਦਾ ਤੁਸੀਂ ਉਹਦੇ ਵਿੱਚੋਂ ਬੈਨੀਫਿਟਸ ਲੈ ਲਓਗੇ। ਸੋ ਇਹ ਜਿਹੜੀ ਸਾਰੀ ਇੰਡਸਟਰੀਅਲਾਈਜੇਸ਼ਨ ਹੋਈ ਹੈ ਮਤਲਬ ਐਗਰੀਕਲਚਰ ਦੇ, ਇਹ ਦੂਸਰਾ ਸੀ। ਤੀਸਰੀ ਗੱਲ ਆਈ ਟੈਕਨੋਲੋਜੀ ਦੀ। ਹੁਣ ਸਿਰਫ ਹੁਣ ਇਸ ਵੇਲੇ ਨਾ ਲੈਂਡ ਦੀ ਉਹ ਕੀਮਤ ਆ, ਨਾ ਕੈਪੀਟਲ ਦੀ ਉਹ ਕੀਮਤ ਆ, ਜਿਹੜੀ ਕੀਮਤ ਇਸ ਵੇਲੇ ਟੈਕਨੋਲੋਜੀ ਦੀ ਆ। ਔਰ ਜਿਹੜੀ ਟੈਕਨੋਲੋਜੀ ਆ ਉਹ ਆਪਣੇ ਆਪ ਦੇ ਵਿੱਚ ਕੁਛ ਨਹੀਂ, ਉਹ ਹਿਊਮਨ ਬੀਇੰਗਸ ਦੇ ਰਾਹੀਂ ਹੀ ਮਤਲਬ ਇੰਪਲੀਮੈਂਟ ਹੁੰਦੀ ਆ। ਸੋ ਹਿਊਮਨ ਰਿਲੇਸ਼ਨਸ, ਜਿਹੜੇ ਹਿਊਮਨ ਕੈਪੀਟਲ ਹੈ ਇਸ ਵੇਲੇ, ਉਹ ਬਹੁਤ ਜ਼ਿਆਦਾ ਇੰਪੋਰਟੈਂਸ ਗ੍ਰਹਿਣ ਕਰ ਚੁੱਕੀ ਹੈ।
ਸਿਮਿਲਰਲੀ ਜਦੋਂ ਅਸੀਂ ਇੰਟਰਨੈਸ਼ਨਲ ਰਿਲੇਸ਼ਨਸ ਦੇਖਦੇ ਹਾਂ, ਤੁਸੀਂ ਬਹੁਤ ਖੂਬਸੂਰਤ ਢੰਗ ਨਾਲ ਗੱਲ ਐਕਸਪਲੇਨ ਕੀਤੀ ਆ ਕਿ ਉਸ ਵੇਲੇ ਜਿਹੜੀ ਮਿਲਟਰੀ ਐਸਟੈਬਲਿਸ਼ਮੈਂਟ ਆ ਉਹੀ ਜਿਹੜੇ ਮੁਲਕਾਂ ਦੇ ਰਿਲੇਸ਼ਨਸ ਨੂੰ ਡਿਟਰਮਿਨ ਕਰਦੀ ਸੀ। ਪਰ ਹੁਣ ਬਹੁਤ ਹੱਦ ਤੱਕ ਜਿਹੜੇ ਰਿਲੇਸ਼ਨਸ਼ਿਪਸ ਨੇ ਇਹ ਇਕਨੋਮਿਕ ਰਿਲੇਸ਼ਨਸ਼ਿਪਸ ਨੇ, ਇਕੋਨਮੀ ਦੇ ਉੱਤੇ ਡਿਪੈਂਡੈਂਟ ਹੋਣ ਲੱਗ ਗਏ ਨੇ। ਸੋ ਇਹ ਪਹਿਲੀ ਵਾਰ ਜਿਹੜਾ ਮਤਲਬ ਇਹ ਸਮਝਦਾ ਮੈਂ ਕਹਿੰਦਾ ਜਿਹੜੇ ਜੋ ਬਿਡਨ ਨੇ ਉਹਨਾਂ ਦਾ ਜਿਹੜਾ ਇਹ ਨਵਾਂ ਮਤਲਬ ਜੀਓ ਇਕਨੋਮਿਕ ਪੋਜੀਸ਼ਨ ਜਿਹੜੀ ਉਹ ਲੈ ਰਹੇ ਨੇ ਆਪਣੇ ਸਾਰੇ ਇਸ ਕਾਰਜਕਾਲ ਦੇ ਵਿੱਚ, ਉਹ ਇੱਕ ਬਹੁਤ ਸਿਗਨੀਫੀਕੈਂਟ ਚੀਜ਼ ਆ। ਜਦੋਂ ਡਾਕਟਰ ਮਨਮੋਹਨ ਸਿੰਘ ਜਾਂਦੇ ਨੇ ਸਾਲ 2008-9 ਸੀਗਾ, ਤਾਂ ਨਿਊਕਲੀਅਰ ਡੀਲ ਜਿਹੜੀ ਆ ਨਿਊਕਲੀਅਰ ਐਨਕਲਬ ਦਾ ਹਿੱਸਾ ਬਣਦਾ ਇੰਡੀਆ, ਉਸ ਤੋਂ ਬਾਅਦ ਇੰਡੀਆ ਨੂੰ ਲਾਹਾ ਮਿਲਿਆ, ਉਹਦਾ ਫਾਇਦਾ ਮਿਲਿਆ ਜੀ ਉਸ ਤੋਂ ਬਾਅਦ? ਡੈਫੀਨੇਟਲੀ ਬਹੁਤ ਫਾਇਦਾ ਮਿਲਿਆ। ਇਨਫੈਕਟ ਉੱਥੋਂ ਹੀ ਕਹਾਣੀ ਇਹ ਸ਼ੁਰੂ ਹੁੰਦੀ ਆ, ਉੱਥੋਂ ਹੀ ਖੁੱਲਦੀ ਆ। ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਬੇਸਿਕ ਸਪੈਸ਼ਲਾਈਜੇਸ਼ਨ ਸੀ ਜਾਂ ਜਿੱਥੇ ਉਹਨਾਂ ਦੀ ਬਹੁਤ ਜ਼ਿਆਦਾ ਪਕੜ ਸੀ ਉਹ ਮਤਲਬ ਜੀਓ ਇਕਨੋਮਿਕਸ ਦੇ ਉੱਤੇ ਸੀਗੀ। ਔਰ ਇਸੇ ਕਰਕੇ ਉਹਨਾਂ ਨੇ ਸੈਕੰਡ ਟਰਮ ਆ ਜਿਹੜੀ ਉਹ ਆਪਣੀ ਇਹ ਜਿਹੜੀ ਮਤਲਬ ਅਮਰੀਕਾ ਦੇ ਨਾਲ ਜਿਹੜੀ ਨਿਊਕਲੀਅਰ ਸਮਝੌਤਾ ਹੁੰਦਾ ਇਹਦੇ ਤੇ ਵੀ ਸਾਰਾ ਕੁਝ ਬੇਸ ਕੀਤਾ ਸੀ। ਔਰ ਸਾਰਾ ਇੰਡੀਆ ਨੇ, ਸਾਰੀ ਮਤਲਬ ਦੁਨੀਆ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਸੀ। ਪਰ ਹੁਣ ਆ ਕੇ ਮੈਂ ਸਮਝਦਾ ਕਿ ਜੋ ਬਿਡਨ ਨੇ ਜਿਹੜੀ ਇਹ ਪਹਿਲ ਕਦਮੀ ਕੀਤੀ ਆ ਇਹ ਇੰਡੀਆ ਲਈ ਬਹੁਤ ਬੈਨੀਫੀਸ਼ੀਅਲ ਹੋਣ ਜਾ ਰਹੀ ਹੈ। ਕਿਵੇਂ ਹੋਏਗੀ ਜੀ, ਕਿਵੇਂ ਬੈਨੀਫੀਸ਼ੀਅਲ ਹੋਏਗੀ ਸਾਨੂੰ? ਕਿਉਂਕਿ ਇਹ ਵੈਸੇ ਜ਼ਿਆਦਾਤਰ ਤਾਂ ਜੀਓ ਪੋਲਿਟਿਕਸ ਨੂੰ ਜਿਹੜੇ ਇਲੀਟ ਕਲਾਸ ਹੈਗਾ ਉਹੀ ਤੈਅ ਕਰਦਾ ਜੀ, ਪਰ ਆਮ ਲੋਕ ਜਿਹੜੇ ਨੇ, ਭਾਰਤ ਦੇ ਆਮ ਲੋਕ ਜੋ ਮੈਜੋਰਿਟੀ ਨੇ ਔਰ ਜਿਹੜੇ ਪੰਜਾਬ ਦੇ ਲੋਕ ਆ ਖਾਸ ਤੌਰ ਤੇ ਪੰਜਾਬੀ ਬੋਲਣ ਵਾਲੇ ਨੇ ਸਾਰੇ, ਉਹਨਾਂ ਨੂੰ ਕੀ ਫਾਇਦਾ ਇਹਦੇ ਚੋਂ ਦਿਖਦਾ ਹੈ? ਕੀ ਤੁਹਾਨੂੰ ਲੱਗਦਾ ਕਿ ਫਾਇਦਾ ਮਿਲ ਸਕਦਾ, ਕੀ ਖੱਟ ਸਕਦੇ ਆਪਾਂ? ਚਲੋ ਆਪਾਂ ਪੰਜਾਬ ਦੀ ਗੱਲ ਲੈ ਕੇ ਸ਼ੁਰੂ ਕਰਦੇ ਕਿ ਪੰਜਾਬ ਇਹ ਤੋਂ ਕਿਵੇਂ ਬੈਨੀਫਿਟ ਲੈ ਸਕਦਾ। ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਫਾਰਮਰਸ ਨੂੰ, ਪੰਜਾਬ ਦੀ ਮਿਡਲ ਕਲਾਸ ਨੂੰ ਜਾਂ ਪੰਜਾਬ ਦੇ ਵਰਕਰਸ ਨੂੰ ਇਹਦੇ ਚੋਂ ਕੀ ਫਾਇਦਾ ਹੋ ਸਕਦਾ? ਇਸ ਵੇਲੇ ਪੰਜਾਬ ਬਹੁਤ ਹੀ ਇੱਕ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚੋਂ ਲੰਘ ਰਿਹਾ ਤੇ ਜਿਹੜੀ ਡਿਵੈਲਪਮੈਂਟ ਆ ਜਿਹੜੀ ਉਹ ਬਹੁਤ ਹੀ ਸਲੋ ਹੋਈ ਆ ਤੇ ਪੰਜਾਬ ਦੇ ਵਿੱਚ ਜਿਹੜੀਆਂ ਪੋਲੀਟੀਕਲ ਚੇਂਜਸ ਵੀ ਆਉਂਦੀਆਂ ਨੇ, ਲੋਕਾਂ ਨੂੰ ਇਹੀ ਲੱਗਦਾ ਕਿ ਜਿਹੜੀਆਂ ਪਿਛਲੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਖਾਹਿਸ਼ਾਂ ਨੇ, ਉਹਨਾਂ ਦੀਆਂ ਜਿਹੜੀਆਂ ਐਸਪੀਰੇਸ਼ਨਸ ਨੇ ਉਹ ਪੂਰੀਆਂ ਨਹੀਂ ਕਰ ਪਾ ਰਹੇ ਤੇ ਇਸ ਲਈ ਉਹ ਨਵੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਐਕਸਪਲੋਰ ਕਰਦੇ ਰਹਿੰਦੇ ਨੇ। ਹੁਣ ਆਪਣੇ ਲਈ ਬੇਸਿਕ ਕੁਐਸਚਨ ਇਹ ਆ ਕਿ ਇਹ ਜਿਹੜੀ ਚੀਜ਼ ਆ ਇਹਦਾ ਪੰਜਾਬ ਕਿਵੇਂ ਬੈਨੀਫਿਟ ਉਠਾ ਸਕਦਾ। ਮੈਂ ਮਤਲਬ ਇੱਕ ਪੁਰਾਣੀ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗਾ। 1950s ਤੋਂ ਸ਼ੁਰੂ ਕਰਨੇ ਆਪਾਂ ਗੱਲ। ਉਸ ਵੇਲੇ ਹਿੰਦੁਸਤਾਨ ਦੇ, ਇੰਡੀਆ ਦੇ ਰਸ਼ੀਆ ਦੇ ਨਾਲ ਜਿਵੇਂ ਆਪਾਂ ਕਹੀਏ ਕਿ ਸਟ੍ਰੈਟੇਜਿਕ ਰਿਲੇਸ਼ਨਸ ਸੀਗੇ ਬਹੁਤ ਜ਼ਿਆਦਾ। ਉਸੇ ਵੇਲੇ ਉਹਨਾਂ ਨੇ ਨਹਿਰੂ ਦੀ, ਇਹ ਪੰਡਿਤ ਨਹਿਰੂ ਦੀ ਇੱਕ ਵਿਜ਼ਡਮ ਸੀ, ਇੱਕ ਦੂਰਅੰਦੇਸ਼ੀ ਸੀ ਕਿ ਉਹਨਾਂ ਨੇ ਉਸ ਵੇਲੇ ਹੈਵੀ ਇੰਡਸਟਰੀ ਨੂੰ ਲੈ ਕੇ ਔਰ ਟੈਕਨੋਲੋਜੀ ਨੂੰ ਲੈ ਕੇ ਬਹੁਤ ਸਾਰੀਆਂ ਮਤਲਬ ਚੀਜ਼ਾਂ ਬਿਲਡ ਕੀਤੀਆਂ, ਜਿਵੇਂ ਭਲਾਈ ਦੇ ਵਿੱਚ ਜਾਂ ਸਟੀਲ ਦੇ ਵਿੱਚ ਬਹੁਤ ਕੁਝ ਕੀਤਾ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਏਰੀਆ ਸੀਗੇ, ਐਨਰਜੀ ਦੇ ਵਿੱਚ ਕੀਤਾ, ਥਰਮਲ ਪਲਾਂਟਸ ਦੇ ਵਿੱਚ ਕੀਤਾ। ਅਨੇਕਾਂ ਜਿਹੜੇ ਏਰੀਆਜ਼ ਨੇ ਉਹ ਗਿਣੇ ਜਾ ਸਕਦੇ ਨੇ ਜਿੱਥੇ ਰਸ਼ੀਆ ਦੇ ਨਾਲ ਇੰਡੀਆ ਨੇ ਕੋਲੈਬੋਰੇਟ ਕਰਕੇ ਬਹੁਤ ਸਾਰੀਆਂ ਅਚੀਵਮੈਂਟਸ ਕੀਤੀਆਂ। ਔਰ ਜਿੰਨਾ ਅਸੀਂ ਇਸ ਵੇਲੇ ਦੇਖਦੇ ਹਾਂ ਉਹ ਉਸ ਵੇਲੇ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਬਿਲਡ ਕੀਤੇ ਉਹਨਾਂ ਦੀ ਬਦੌਲਤ ਹੀ ਹਿੰਦੁਸਤਾਨ ਇੱਥੋਂ ਤੱਕ ਪਹੁੰਚਦਾ। ਹੁਣ ਮਤਲਬ ਉਸੇ ਵੇਲੇ ਕੀ ਹੁੰਦਾ, ਇੱਕ ਹੋਰ ਗੱਲ ਵਾਪਰਦੀ ਆ ਬੜੀ ਇੰਟਰਸਟਿੰਗ 50s ਦੇ ਵਿੱਚ ਕਿ ਤਰਾਈ ਏਰੀਆ ਜਿਹੜਾ ਯੂਪੀ ਦਾ, ਉੱਥੇ ਜਿਹੜੇ ਤਰਾਈ ਦੇ ਵਿੱਚ ਜਿਹੜੇ ਚੀਫ ਕੰਜ਼ਰਵੇਟਰ ਸੀ, ਜਿਹੜੇ ਉੱਥੋਂ ਦੀ ਜਿਹੜਾ ਏਰੀਆ ਸੀ ਉਹਨੂੰ ਮਤਲਬ ਕਿਵੇਂ ਪ੍ਰੋਡਕਟਿਵ ਬਣਾਇਆ ਜਾ ਸਕਦਾ, ਉੱਥੇ ਕਿਵੇਂ ਐਗਰੀਕਲਚਰ ਪ੍ਰੋਡਕਸ਼ਨ ਲਈ ਜਾ ਸਕਦੀ ਆ, ਇਹਦੇ ਵਿੱਚ ਉਹ ਕੰਜ਼ਰਵੇਸ਼ਨ ਦਾ ਕੰਮ, ਮਤਲਬ ਰੈਕਲੇਮੇਸ਼ਨ ਦਾ ਜਿਹੜਾ ਕੰਮ ਕਰ ਰਹੇ ਸੀ ਉਹ ਸੀ ਕੈਪਟਨ ਸੰਧੂ। ਕੈਪਟਨ ਸੰਧੂ ਅਮਰੀਕਾ 'ਚ ਗਏ ਤਾਂ ਉੱਥੇ ਉਹਨਾਂ ਨੇ ਦੇਖੀਆਂ, ਕੁਛ ਵਿਜ਼ਿਟ ਕੀਤੀਆਂ ਜਿਹੜੀਆਂ ਲੈਂਡ ਗ੍ਰਾਂਟ ਯੂਨੀਵਰਸਿਟੀਜ਼। ਉਹਨਾਂ ਨੂੰ ਇੱਕ ਆਈਡੀਆ ਬਹੁਤ ਅੱਛਾ ਲੱਗਿਆ ਤੇ ਉਹ ਵਾਪਸ ਆਏ ਤਾਂ ਯੂਪੀ ਦੇ ਚੀਫ ਮਿਨਿਸਟਰ ਹੁੰਦੇ ਸੀ GB ਪੰਤ ਜੀ ਨੂੰ ਉਹਨਾਂ ਨੇ ਆ ਕੇ ਕਿਹਾ ਕਿ ਆਪਾਂ ਵੀ ਯੂਪੀ ਦੇ ਵਿੱਚ ਇਸ ਕਿਸਮ ਦੀ ਲੈਂਡ ਗ੍ਰਾਂਟ ਯੂਨੀਵਰਸਿਟੀ ਦੇ ਪੈਟਰਨ ਦੇ ਉੱਤੇ ਅਮਰੀਕਾ ਦੇ ਇੱਕ ਯੂਨੀਵਰਸਿਟੀ ਖੜੀ ਕੀਤੀ। ਉਹਨਾਂ ਨੂੰ ਵੀ ਆਈਡੀਆ ਚੰਗਾ ਲੱਗਿਆ। ਉਹਨਾਂ ਨੇ ਸੰਧੂ ਸਾਹਿਬ ਨੂੰ ਤੇ ਉਸ ਵੇਲੇ ਦੇ ਜਿਹੜੇ ਚੀਫ ਸੈਕਟਰੀ ਸੀ ਦੋਨਾਂ ਨੂੰ ਅਮਰੀਕਾ ਦੇ ਵਿੱਚ ਵਿਜ਼ਿਟ ਤੇ ਭੇਜ ਦਿੱਤਾ। ਉੱਥੇ ਉਹਨਾਂ ਨੇ ਮਤਲਬ ਜਿਹੜੀ ਇਲੀਨੋਇਸ ਯੂਨੀਵਰਸਿਟੀ ਵਿਜ਼ਿਟ ਕੀਤੀ
ਇਲੀਨਾਇਸ ਯੂਨੀਵਰਸਿਟੀ ਦੇ ਵਿੱਚ ਦੇਖਿਆ ਕਿ ਉਹਨਾਂ ਨੇ ਕਿ ਕਿਵੇਂ ਉਹਨਾਂ ਲੋਕਾਂ ਨੇ ਐਗਰੀਕਲਚਰ ਦੇ ਵਿੱਚ ਡਿਵੈਲਪਮੈਂਟ ਕੀਤੀ ਹੈ, ਕਿਵੇਂ ਐਗਰੀਕਲਚਰ ਦੇ ਵਿੱਚ ਪ੍ਰੋਡਕਸ਼ਨ ਨੂੰ ਐਨਹਾਂਸ ਕੀਤਾ, ਕਿਵੇਂ ਸਾਰੀ ਐਗਰੀਕਲਚਰ ਨੂੰ ਟਰਾਂਸਫਾਰਮ ਕੀਤਾ। ਉੱਥੋਂ ਆਈਡੀਆ ਲੈ ਕੇ ਉੱਥੋਂ ਦੇ ਇੱਕ ਐਸੋਸੀਏਟ ਡੀਨ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਇੱਕ ਪੇਪਰ ਦਿਓ ਜਿਹੜਾ ਕਿ ਅਸੀਂ ਆਪਣੇ ਮਤਲਬ ਸਟੇਟ ਦੇ ਚੀਫ ਮਿਨਿਸਟਰ ਨੂੰ ਗਾਂ ਪ੍ਰੈਜ਼ੈਂਟ ਕਰ ਸਕੀਏ ਕਿ ਇੰਡੀਆ ਦੇ ਵਿੱਚ ਇਹ ਟਰਾਂਸਫਰਮੇਸ਼ਨ ਕਿਵੇਂ ਲਿਆਂਦੀ ਜਾ ਸਕਦੀ ਹੈ। ਉਹਨਾਂ ਦੇ ਪੇਪਰ ਨੂੰ ਲੈ ਕੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਜਿਹੜੀ ਰੁਦਰਪੁਰ ਦੇ ਵਿੱਚ, ਜਿਹਨੂੰ ਹੁਣ ਅਸੀਂ ਕਹਿੰਦੇ ਆ ਐਗਰੀਕਲਚਰ ਯੂਨੀਵਰਸਿਟੀ, ਪੰਤ ਨਗਰ ਯੂਨੀਵਰਸਿਟੀ, ਉਹ ਸਭ ਤੋਂ ਪਹਿਲਾਂ 60 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਐਗਰੀਕਲਚਰ ਯੂਨੀਵਰਸਿਟੀ ਇੰਡੀਆ ਦੇ ਵਿੱਚ। ਕੈਰੋਂ ਸਾਹਿਬ ਨੂੰ ਲੱਗਿਆ ਕਿ ਇਹ ਤੇ ਬਹੁਤ ਹੀ ਖੂਬਸੂਰਤ ਆਈਡੀਆ, ਤੇ ਉਹਨਾਂ ਨੇ ਇਮੀਡੀਏਟਲੀ ਪੰਜਾਬ ਦੇ ਵਿੱਚ ਮੇਰਾ ਖਿਆਲ 62 ਤੇ 63 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਸਟੈਬਲਿਸ਼ ਕਰ ਲਈ। ਔਰ ਜਿਹੜੀ ਵੱਡੀ ਗੱਲ ਇੱਥੇ ਮੈਂ ਕਹਿਣਾ ਚਾਹੁੰਦਾ, ਇਹ ਕੀ ਹੋਇਆ ਸੀਗਾ ਕਿ ਇਹ ਨਹੀਂ ਹੈ ਕਿ ਉੱਥੋਂ ਟੈਕਨੋਲੋਜੀ ਆਈ ਤੇ ਅਸੀਂ ਅਡੈਪਟ ਕਰ ਲਈ, ਅਸੀਂ ਉਹਦੇ ਨਾਲ ਗ੍ਰੀਨ ਰੈਵੋਲੂਸ਼ਨ ਆਈ, ਨਹੀਂ, ਨਥਿੰਗ ਲਾਈਕ ਦੈਟ। ਕਿਉਂਕਿ ਉਸ ਟੈਕਨੋਲੋਜੀ ਨੂੰ ਅਡੈਪਟ ਕਰਨ ਵਾਸਤੇ ਸਿਰਫ ਲੈਬੋਰਟਰੀਜ਼ ਹੀ ਨਹੀਂ ਸੀ ਚਾਹੀਦੀਆਂ, ਉਹਦੇ ਲਈ ਪੂਰਾ ਯੂਨੀਵਰਸਿਟੀ ਸਿਸਟਮ ਆ, ਜਿਹੜਾ ਐਜੂਕੇਸ਼ਨ ਸਿਸਟਮ ਆ, ਉਹਨੂੰ ਰਿਫਾਰਮ ਕਰਨਾ ਪੈਣਾ ਸੀ। ਅਸੀਂ ਉਸ ਤੋਂ ਪਹਿਲਾਂ ਸਾਡੀ ਸਮਝ ਇਹ ਹੁੰਦੀ ਸੀ ਕਿ ਯੂਨੀਵਰਸਿਟੀਜ਼ ਜਾਂ ਕਾਲਜਿਸ ਦਾ ਮਕਸਦ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਹੀ ਹੁੰਦਾ, ਉਹਨਾਂ ਨੂੰ ਟ੍ਰੇਨ ਕਰਨਾ ਹੀ ਹੁੰਦਾ। ਪਰ ਉੱਥੋਂ ਜਿਹੜਾ ਉਹ ਕਨਸੈਪਟ ਲੈ ਕੇ ਆਏ, ਉਹਨਾਂ ਨੇ ਕਿਹਾ ਕਿ ਜਿਹੜੀ ਟ੍ਰੇਨਿੰਗ ਆ, ਐਜੂਕੇਸ਼ਨ ਆ, ਇਹ ਤਾਂ ਬਹੁਤ ਛੋਟਾ ਜਿਹਾ ਹਿੱਸਾ ਐਜੂਕੇਸ਼ਨ ਸਿਸਟਮ ਦਾ। ਸਭ ਤੋਂ ਵੱਡਾ ਜਿਹੜਾ ਹਿੱਸਾ ਹੈ ਉਹ ਹੈ ਰਿਸਰਚ ਦਾ। ਦੂਸਰਾ ਜਿਹੜਾ ਵੱਡਾ ਹਿੱਸਾ ਹੈ ਉਹ ਇਹ ਆ ਕਿ ਉਹ ਰਿਸਰਚ ਦੀ ਜਿਹੜੀ ਫੈਸਿਲਿਟੀ ਆ, ਉਹਨੂੰ ਕਿਵੇਂ ਯੂਜ਼ ਕਰਨਾ ਐਗਰੀਕਲਚਰ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਸਤੇ। ਔਰ ਜਦੋਂ ਮਤਲਬ ਫਾਰਮਰਸ ਤੋਂ ਪ੍ਰੋਬਲਮਸ ਆਉਂਦੀਆਂ ਨੇ ਥਰੂ ਐਕਸਟੈਂਸ਼ਨ ਵਰਕਰਸ, ਤੇ ਉਹ ਰਿਸਰਚਰਸ ਕੋਲ ਜਾਂਦੀਆਂ ਤੇ ਰਿਸਰਚਰਸ ਉਹਨਾਂ ਦੇ ਸੋਲੂਸ਼ਨਸ ਲੱਭਦੇ ਨੇ। ਫਿਰ ਉਹ ਜਿਹੜੇ ਸੋਲੂਸ਼ਨਸ ਲੱਭਦੇ ਨੇ ਉਹ ਉਹਨਾਂ ਜਿਹੜੇ ਐਕਸਟੈਂਸ਼ਨ ਵਰਕਰਸ ਦੇ ਰਾਹੀਂ ਹੀ ਫਾਰਮਰਸ ਤੱਕ ਚਲੇ ਜਾਂਦੇ ਨੇ। ਸੋ ਇਹ ਜਿਹੜਾ ਟੀਚਿੰਗ, ਰਿਸਰਚ ਤੇ ਐਕਸਟੈਂਸ਼ਨ ਜਿਹੜੀ ਐਕਟੀਵਿਟੀ ਆ, ਇਹਨਾਂ ਤਿੰਨਾਂ ਨੂੰ ਜੋੜ ਕੇ ਇੱਕ ਜਿਹੜਾ ਸਿਸਟਮ ਬਿਲਡ ਕੀਤਾ ਗਿਆ, ਉਹਨਾਂ ਨੂੰ ਅਸੀਂ SAUs ਕਹਿੰਦੇ, ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਦੀ ਇੱਕ ਸਥਾਪਨਾ ਹੁੰਦੀ ਆ ਉਸ ਵੇਲੇ। ਸੋ ਜਿਹਦੇ ਦੇ ਨਾਲ ਭਾਵੇਂ ਯੂਪੀ ਤਾਂ ਉਹਨਾਂ ਬੈਨੀਫਿਟ ਨਹੀਂ ਉਠਾ ਸਕਿਆ, ਉਹਦੇ ਬਹੁਤ ਸਾਰੇ ਰੀਜ਼ਨਸ ਨੇ ਜਿਨ੍ਹਾਂ ਨੂੰ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋ ਜਾਂਦੀ ਹੈ। ਔਰ ਪੰਜਾਬ ਨੇ ਬਿਨਾਂ ਸ਼ੱਕ ਗ੍ਰੀਨ ਰੈਵੋਲੂਸ਼ਨ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ, ਉਹਨੇ ਬਹੁਤ ਸਾਰੀਆਂ ਸਾਡੇ ਹਵਾ, ਪਾਣੀ, ਵੈਲਿਊ, ਜ਼ਮੀਨ ਬਹੁਤ ਜ਼ਿਆਦਾ ਨੁਕਸਾਨ ਕੀਤਾ, ਪਰ ਉਹਨੇ ਇੱਕ ਖਾਸ ਕਿਸਮ ਦਾ ਸਾਨੂੰ ਬੈਨੀਫਿਟ ਵੀ ਦਿੱਤਾ ਪੰਜਾਬ ਦੇ ਵਿੱਚ। ਉਹ ਅਮਰੀਕਾ ਨਾਲ ਜਿਹੜੀ ਸ਼ੇਅਰਿੰਗ ਹੋਈ, ਤੁਸੀਂ ਤੁਹਾਡਾ ਕਹਿਣਾ ਕਿ ਉਹਦੇ ਵਿੱਚ ਕੀ ਹੁੰਦਾ ਕਿ ਉਹ ਕੀ ਹੋਇਆ, ਉੱਥੇ ਤਿੰਨ ਚੀਜ਼ਾਂ ਸੀ। ਨੰਬਰ 1, ਅਮਰੀਕਨ ਯੂਨੀਵਰਸਿਟੀਜ਼ ਨੇ ਬਹੁਤ ਵੱਡਾ ਰੋਲ ਪਲੇ ਕੀਤਾ। ਜਿਵੇਂ ਇਲੀਨੋਇਸ ਯੂਨੀਵਰਸਿਟੀ ਨੇ ਪੰਤ ਨਗਰ ਨਾਲ ਕੀਤਾ, ਸਿਮਿਲਰਲੀ ਹਰ ਸਟੇਟ ਯੂਨੀਵਰਸਿਟੀ ਨੇ ਪੰਜਾਬ ਨਾਲ ਕੀਤਾ, ਤੇ ਅਮਰੀਕਾ ਦੀਆਂ 7 ਜਿਹੜੀਆਂ ਲੈਂਡ ਗ੍ਰਾਂਟ ਯੂਨੀਵਰਸਿਟੀਜ਼ ਨੇ, ਉਹਨਾਂ ਨੇ ਇੰਡੀਆ ਦੀਆਂ 7 ਜਿਹੜੀਆਂ SAUs ਨੇ, ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਨੇ, ਉਹਨਾਂ ਦੇ ਨਾਲ ਕੋਲੈਬੋਰੇਟ ਕਰਕੇ ਇਹ ਸਾਰਾ ਸਿਸਟਮ ਖੜਾ ਕੀਤਾ। ਉਹਦੇ ਵਿੱਚ ਜਿਹੜੀਆਂ 2 ਰੌਕਫੈਲਰ ਤੇ ਫੋਰਡ ਫਾਊਂਡੇਸ਼ਨ, ਇਹਨਾਂ ਨੇ ਬਹੁਤ ਸਾਰੀਆਂ ਇਨਵੈਸਟਮੈਂਟਸ ਕੀਤੀਆਂ। ਸੋ ਟੈਕਨੋਲੋਜੀ ਵੀ ਆਈ, ਨੰਬਰ 2 ਤੇ ਕੈਪੀਟਲ ਵੀ ਆਈ, ਨੰਬਰ 3 ਤੇ ਉਹ ਸਾਰੀ ਦੀ ਸਾਰੀ ਮਤਲਬ ਇੱਕ ਟੋਟਲ ਜਿਹੜਾ ਨਵਾਂ ਸਿਸਟਮ ਸੀ ਐਜੂਕੇਸ਼ਨ ਦਾ, ਤੇ ਪਲੱਸ ਐਗਰੀਕਲਚਰ ਦੀ ਅੱਗੇ ਸਾਂਭ ਸੰਭਾਲ ਦਾ, ਉਹ ਸਾਰੇ ਦਾ ਸਾਰਾ ਸਿਸਟਮ ਗ੍ਰੀਨ ਰੈਵੋਲੂਸ਼ਨ ਦੀ ਇੱਕ ਪੈਕੇਜ ਦੇ ਰੂਪ ਦੇ ਵਿੱਚ ਇੰਡੀਆ ਨੂੰ ਅਮਰੀਕਾ ਤੋਂ ਮਿਲਿਆ। ਸਿਮਿਲਰਲੀ ਅਗਰ ਹੁਣ ਜਦੋਂ ਇਹ ਜਾ ਰਹੇ ਨੇ ਪ੍ਰਾਈਮ ਮਿਨਿਸਟਰ, ਤਾਂ ਮੈਂ ਸਮਝਦਾ ਕਿ ਸਿਮਿਲਰ ਜਿਹੜਾ ਬੈਨੀਫਿਟ ਆ ਉਹ ਹੁਣ ਵੀ ਲਿਆ ਜਾ ਸਕਦਾ। ਤੇ ਬੈਨੀਫਿਟ ਲੈਣ ਲਈ ਮਤਲਬ ਇਹ ਨਹੀਂ ਹੈਗਾ ਕਿ ਉੱਥੇ ਮੈਂ ਕਿਉਂ ਲਿਆ ਜਾ ਸਕਦਾ, ਕਿਉਂ ਕਹਿ ਰਿਹਾ ਕਿ ਇਸ ਵੇਲੇ 2 ਬਹੁਤ ਸਾਰੀਆਂ ਵੱਡੀਆਂ ਗੱਲਾਂ ਨੇ। ਤੇ ਇੱਕ ਤਾਂ ਇਹ ਆ ਕਿ ਸਾਡਾ ਉੱਥੇ ਜਿਹੜਾ ਡਾਇਸਪੋਰਾ, ਇੰਡੀਅਨ ਪੰਜਾਬੀ ਡਾਇਸਪੋਰਾ, ਉਹ ਬੜਾ ਸਟਰੋਂਗ ਆ। ਨੰਬਰ 2 ਤੇ ਸਾਡੀਆਂ ਜਿਹੜੀਆਂ ਕੋਆਪਰੇਟ ਆ, ਉੱਥੋਂ ਦਾ ਕੋਆਪਰੇਟ ਐਂਟੀਟੀਜ਼ ਨੇ, ਉਹਨਾਂ ਦੇ ਵਿੱਚ ਵੀ ਸਾਡੀ ਕਾਫੀ ਸਾਰੀ ਦਖਲ ਅੰਦਾਜ਼ੀ ਹੈ। ਸਾਡੇ ਬਹੁਤ ਸਾਰੇ ਜਿਹੜੇ ਮਤਲਬ ਬੰਦੇ ਨੇ ਉਹ ਅਮਰੀਕਨ ਯੂਨੀਵਰਸਿਟੀਜ਼ ਦੇ ਵਿੱਚ, ਜਿੱਥੇ ਟੈਕਨੋਲੋਜੀ ਤੇ ਐਡਵਾਂਸ ਟੈਕਨੋਲੋਜੀਜ਼ ਤੇ ਕੰਮ ਹੋ ਰਿਹਾ, ਉੱਥੇ ਵੀ ਉਹ ਮੌਜੂਦ ਨੇ। ਇੱਥੋਂ ਤੱਕ ਕਿ ਇਸ ਵੇਲੇ ਜਿਹੜੇ ਅਮਰੀਕਾ ਦਾ ਅੰਬੈਸਡਰ ਨੇ ਉਹ ਵੀ ਸ਼ਾਇਦ ਪੰਜਾਬੀ ਨੇ, ਤਰਨਜੀਤ ਸੰਧੂ। ਸੋ ਬਹੁਤ ਸਾਰੀਆਂ ਮਤਲਬ ਐਸੀਆਂ ਸਿਚੁਏਸ਼ਨਸ ਨੇ ਇਸ ਵੇਲੇ ਕਿ ਇੰਡੀਆ, ਪੰਜਾਬ ਅਗਰ ਆਪਣੇ ਆਪ ਨੂੰ
ਤਿਆਰ ਕਰੇ ਤਾਂ ਪੰਜਾਬ ਦੂਸਰੀਆਂ ਸਟੇਟਸ ਦੇ ਮੁਕਾਬਲੇ ਬਹੁਤ ਜ਼ਿਆਦਾ ਬੈਨੀਫਿਟ ਉਠਾ ਸਕਦਾ। ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਨਵੀਂ ਟੈਕਨੋਲੋਜੀ ਆ ਉੱਥੇ ਹੀ ਜਾਂਦੀ ਆ ਜਿੱਥੇ ਨੌਲੇਜ ਵਰਕਰ ਹੋਣਗੇ। ਹਾਂ, ਇਹ ਗੱਲ ਠੀਕ ਆ ਕਿ ਅਸੀਂ ਨੌਲੇਜ ਪ੍ਰੋਡਿਊਸ ਨਹੀਂ ਕਰ ਸਕੇ, ਕੋਈ ਵੀ ਪ੍ਰੋਪਰਲੀ ਨਹੀਂ ਕਰ ਸਕਿਆ IITs ਤੋਂ ਬਿਨਾਂ। ਮੈਂ ਸਮਝਦਾ ਕਿ ਇਹ ਨਵੀਂ ਟੈਕਨੋਲੋਜੀ ਦੇ ਲਈ ਸਿਰਫ ਨੌਲੇਜ ਹੀ ਨਹੀਂ ਹੈ ਜਿਹੜੀ ਉਹਨਾਂ ਨੇ ਟਰਾਂਸਫਰ ਕਰਨੀ ਆ, ਵੈਲਿਊਜ਼ ਵੀ ਟਰਾਂਸਫਰ ਹੋਣੀਆਂ ਨੇ, ਸਕਿੱਲਸ ਵੀ ਟਰਾਂਸਫਰ ਹੋਣੀਆਂ ਨੇ, ਮੈਨੇਜਮੈਂਟ ਸਿਸਟਮਸ ਵੀ ਟਰਾਂਸਫਰ ਹੋਣੇ ਨੇ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਰਿਸੀਵ ਕਰਨ ਲਈ, ਇਹਨਾਂ ਨੂੰ ਇੰਪਲੀਮੈਂਟ ਕਰਨ ਲਈ ਸਾਨੂੰ ਜਿਹੜਾ ਨਵਾਂ ਸਿਸਟਮ ਪੰਜਾਬ ਦੇ ਵਿੱਚ ਬਿਲਡ ਕਰਨਾ ਪਵੇਗਾ। ਉਸੇ ਤਰ੍ਹਾਂ ਤੁਸੀਂ ਯਾਦ ਕਰੋ ਜੇ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਈ ਆ ਤਾਂ ਇਸ ਕਰਕੇ ਨਹੀਂ ਆ ਗਈ ਕਿ ਉੱਥੇ ਅਮਰੀਕਾ ਤੋਂ ਮੈਕਸੀਕੋ ਤੋਂ ਬਹੁਤ ਸਾਰੀਆਂ ਕਣਕ ਦੀਆਂ ਵੈਰਾਈਟੀਆਂ ਆ ਗਈਆਂ ਸੀ ਜਾਂ ਫਿਲੀਪੀਨਸ ਤੋਂ ਰਾਈਸ ਦੀਆਂ ਵੈਰਾਈਟੀਆਂ ਆ ਗਈਆਂ ਸੀ। ਇਸ ਕਰਕੇ ਹੋ ਸਕਿਆ ਕਿ ਪੰਜਾਬ ਦੇ ਵਿੱਚ ਕੰਸੋਲੀਡੇਸ਼ਨ ਹੋ ਚੁੱਕੀ ਸੀ, ਜਿਹਨੂੰ ਅਸੀਂ ਮੁਰੱਬੇਬੰਦੀ ਕਹਿੰਦੇ ਆ। ਉਹਦੇ ਨਾਲ ਜਿਹੜਾ ਇਰੀਗੇਸ਼ਨ ਸਿਸਟਮ ਡਿਵੈਲਪ ਹੋ ਚੁੱਕਾ ਸੀ। ਤੇ ਦੂਸਰੀ ਸਭ ਤੋਂ ਵੱਡੀ ਗੱਲ ਕਿ ਪੰਜਾਬ ਦਾ ਜਿਹੜਾ ਬਸ਼ਿੰਦਾ, ਮੈਂ ਇਕੱਲਾ ਫਾਰਮਰ ਨਹੀਂ ਕਹਾਂਗਾ, ਉਹ ਬਹੁਤ ਐਂਟਰਪ੍ਰੈਨਿਓਰ ਆ। ਉਹਦੀ ਸਾਨੂੰ ਇੱਥੋਂ ਵੀ ਇਹ ਪਤਾ ਲੱਗ ਜਾਂਦਾ ਕਿ 47 ਦੇ ਵਿੱਚ ਪੰਜਾਬ ਨੇ ਕੋਈ ਟਾਈਮ ਨਹੀਂ ਲਿਆ, ਜਿਹੜੇ ਲੋਕ ਉੱਥੋਂ ਮਾਈਗ੍ਰੇਟ ਕਰਕੇ ਆਏ ਸੀ, ਕਿ ਉਹਨਾਂ ਨੇ ਆਪਣੀਆਂ ਵੱਡੀਆਂ ਵੱਡੀਆਂ ਐਸਟੈਬਲਿਸ਼ਮੈਂਟਸ ਖੜੀਆਂ ਕਰ ਲਈਆਂ। ਔਰ ਬਹੁਤ ਘੱਟ ਸਮਾਂ ਸੀ ਜਦੋਂ ਉਹ ਕੈਂਪਸ ਦੇ ਵਿੱਚ ਰਹੇ। ਉਹਦੇ ਮੁਕਾਬਲੇ ਦੇ ਵਿੱਚ ਅਸੀਂ ਵੈਸਟ ਬੰਗਾਲ ਦੇਖੀਏ ਤਾਂ ਬਹੁਤ ਲੰਮਾ ਸਮਾਂ ਲੋਕ ਕੈਂਪਾਂ ਦੇ ਵਿੱਚ ਹੀ ਬੈਠੇ ਰਹੇ ਸੀ। ਸੋ ਇਸ ਵੇਲੇ ਪੰਜਾਬ ਦੀ ਯੂਥ ਦੇ ਵਿੱਚ, ਪੰਜਾਬ ਦੀ ਯੂਥ ਨੂੰ ਤੁਸੀਂ ਦੇਖੋ ਕਿਉਂ ਦੌੜੀ ਜਾ ਰਹੀ ਆ ਕੈਨੇਡਾ ਨੂੰ, ਅਮਰੀਕਾ ਨੂੰ, ਆਸਟ੍ਰੇਲੀਆ ਨੂੰ, ਇਸ ਕਰਕੇ ਕਿ ਉਹ ਕੁਝ ਕਰਨਾ ਚਾਹੁੰਦੇ ਨੇ ਤੇ ਇੱਥੇ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਔਰ ਹੁਣ ਮੈਂ ਸਮਝਦਾ ਮੌਕਾ, ਔਰ ਪੰਜਾਬ ਸਟੇਟ ਨੂੰ, ਪੰਜਾਬ ਗਵਰਨਮੈਂਟ ਨੂੰ ਇਸ ਡਾਇਰੈਕਸ਼ਨ 'ਚ ਕੰਮ ਕਰਨਾ ਚਾਹੀਦਾ। ਇਸ ਕਿਸਮ ਦਾ ਇਨਫਰਾਸਟ੍ਰਕਚਰ ਬਿਲਡ ਕਰਨਾ ਚਾਹੀਦਾ, ਜਾਂ ਇਸ ਕਿਸਮ ਦੀਆਂ ਇਨਫਰਾਸਟ੍ਰਕਚਰ ਤੋਂ ਵੀ ਵੱਧ ਇਸ ਕਿਸਮ ਦੀਆਂ ਪਾਲਿਸੀਜ਼ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ, ਜਿਹੜੀਆਂ ਪਾਲਿਸੀਜ਼ ਉਹਨਾਂ ਨੂੰ ਮਤਲਬ ਅਮਰੀਕਨ ਜਿਹੜੇ ਯੂਨੀਵਰਸਿਟੀਜ਼ ਨੇ ਜਾਂ ਅਮਰੀਕਨ ਜਿਹੜਾ ਕਾਰਪੋਰੇਟ ਆ ਜਾਂ ਉੱਥੋਂ ਦੀ ਜਿਹੜੀ ਕੈਪੀਟਲ ਇਨਵੈਸਟਮੈਂਟ ਆ ਉਹਨੂੰ ਅਟਰੈਕਟ ਕਰ ਸਕੇ। ਥੋੜਾ ਐਕਸਪਲੇਨ ਕਰੋ ਜੀ ਥੋੜਾ ਕਿ ਇਹ ਪਾਲਿਸੀਜ਼ ਕਿਵੇਂ। ਦੇਖੋ ਕਿਉਂਕਿ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹ ਮੈਂ ਤੁਹਾਡੇ ਨਾਲ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ, ਉਹ ਪੰਜਾਬ ਦੀ ਬੇਚੈਨੀ ਤੇ ਸੀਗਾ। ਉਹ ਮੈਨੂੰ ਲੱਗਦਾ ਬੇਚੈਨੀ ਅੱਜ ਵੀ ਹੈਗੀ ਆ ਸਰ, ਉਹ ਵੀ ਡੈਸਪੋਡੈਂਸੀ ਦੀ ਫੀਲਿੰਗ ਅੱਜ ਵੀ ਨਾਲ ਦੀ ਨਾਲ ਹੀ ਚੱਲ ਰਹੀ ਹੈਗੀ ਆ ਕੇਂਦਰ ਦੇ ਨਾਲ ਤੇ ਪੰਜਾਬ ਸਰਕਾਰ ਦਾ। ਜੋ ਦੋਨੋਂ ਪਾਰਟੀਆਂ ਅਲੱਗ-ਅਲੱਗ ਨੇ, ਇੱਕ ਪਾਸੇ ਬੀਜੇਪੀ, ਆਮ ਆਦਮੀ ਪਾਰਟੀ, ਇਹਨਾਂ ਦੋਨਾਂ ਦੀ ਜਿਹੜੀ ਰਾਜਨੀਤੀ ਚੱਲ ਰਹੀ ਹੈ, ਪਲੱਸ ਨਾਲ ਹੀ ਜਿਹੜੀ ਆਪਣੇ ਸੂਬੇ ਦੇ ਅੰਦਰਲੀਆਂ ਪਾਰਟੀਆਂ ਨੇ ਆਪੋਜੀਸ਼ਨ ਦੀਆਂ, ਉਹਨਾਂ ਦੀ ਜੋ ਰਾਜਨੀਤੀ ਹੈ, ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਪਾਲਿਸੀ ਮੇਕਿੰਗ ਦਾ ਕੁਝ ਸਾਡੇ ਸਾਹਮਣੇ ਲਿਆ ਸਕਦੇ ਆ? ਸੋ ਇਸ ਕਰਕੇ ਮੈਂ ਤੁਹਾਨੂੰ ਕਿਹਾ ਵੀ ਥੋੜਾ ਹੋਰ ਐਕਸਪਲੇਨ ਕਰੋ ਕਿ ਕਿਵੇਂ ਪੰਜਾਬ ਫਾਇਦਾ ਚੱਕ ਸਕਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਜਿਹੜੀ ਇੱਥੇ ਗੱਲ ਕਰ ਰਹੇ ਹਾਂ ਉਹ ਕੇਂਦਰ ਦੀ ਬੀਜੇਪੀ ਔਰ ਪੰਜਾਬ ਦੀ ਆਪ ਦੀ ਗੱਲ ਨਹੀਂ ਕਰ ਰਹੇ। ਅਸੀਂ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਗੱਲ ਕਰ ਰਹੇ ਹਾਂ। ਇਰਰਿਸਪੈਕਟ ਆਫ ਦਿਸ ਥਿੰਗ ਕਿ ਉੱਥੇ ਕੌਣ ਆ ਤੇ ਇੱਥੇ ਕੌਣ ਆ। ਅਸੀਂ ਪੰਜਾਬ ਨੂੰ ਹੁਣ ਮਤਲਬ ਆਪਾਂ ਗਵਰਨਮੈਂਟ ਆਫ ਇੰਡੀਆ ਦੀ ਗੱਲ ਕਰ ਰਹੇ ਹਾਂ ਕਿ ਉਹ ਜੇ ਅਮਰੀਕਾ ਵੀ ਕੋਈ ਨੈਗੋਸ਼ੀਏਟ ਕਰ ਰਿਹਾ, ਉਹ ਵੀ ਕੋਈ ਮਤਲਬ ਇੰਡੀਆ ਦੇ ਨਾਲ ਕੋਈ ਸਾਈਨ ਕਰਨ ਜਾ ਰਹੇ ਨੇ, ਤਾਂ ਉਹ ਬੀਜੇਪੀ ਨਾਲ ਕਰਨ ਨਹੀਂ ਜਾ ਰਹੇ, ਉਹ ਗਵਰਨਮੈਂਟ ਆਫ ਇੰਡੀਆ ਨਾਲ ਕਰਨ ਜਾ ਰਹੇ ਨੇ। ਕੱਲ ਨੂੰ ਕੋਈ ਵੀ ਹੋਰ ਸਰਕਾਰ ਆ ਜਾਂਦੀ ਹੈ ਤੇ ਇਹ ਵੀ ਰਹਿ ਸਕਦੀ ਹੈ। ਸਿਮਿਲਰਲੀ ਪੰਜਾਬ ਦਾ ਕੇਸ ਵੀ ਆ। ਤੇ ਇਹ ਇਸ ਗੱਲ ਦੇ ਉੱਤੇ ਅਗਰ ਪੰਜਾਬ ਨੂੰ ਕੋਈ ਬੈਨੀਫਿਟ ਹੋ ਸਕਦੇ ਨੇ, ਅਗਰ ਪੰਜਾਬ ਦੀ ਯੂਥ ਦੀ ਬੇਚੈਨੀ ਖਤਮ ਹੋ ਸਕਦੀ ਆ, ਉਹਦੀ ਪ੍ਰੀਕੈਰਿਟੀ ਖਤਮ ਹੋ ਸਕਦੀ ਆ, ਤਾਂ ਸਰਟਨਲੀ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਕੋਲੈਬੋਰੇਟ ਕਰਕੇ ਪੰਜਾਬ ਨੂੰ ਇਸ ਕਿਸਮ ਦਾ ਬਣਾਉਣਾ ਚਾਹੀਦਾ ਤਾਂ ਕਿ ਉਹ ਇਹ ਸਾਰੀ ਜਿਹੜੀ ਡੀਲ ਹੋਣ ਜਾ ਰਹੀਆਂ ਨੇ ਇਹਨਾਂ ਦਾ ਬੈਨੀਫਿਟ ਪੰਜਾਬ ਸਭ ਤੋਂ ਵੱਧ ਉਠਾ ਸਕੇ। ਹੁਣ ਸਵਾਲ ਆਉਂਦਾ ਕਿ ਉਹ ਕਿਹੜੀਆਂ ਪਾਲਿਸੀਜ਼ ਹੋ ਸਕਦੀਆਂ ਨੇ। ਪਹਿਲੀ ਗੱਲ ਤਾਂ ਇਹ ਕਿ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗ੍ਰੀਨ ਰੈਵੋਲੂਸ਼ਨ ਜਿਹੜਾ ਐਗਜ਼ਿਸਟਿੰਗ ਮਤਲਬ ਐਜੂਕੇਸ਼ਨਲ ਇਨਫਰਾਸਟ੍ਰਕਚਰ ਸੀ, ਜਿਹੜਾ ਜਾਂ ਇਨਫਰਾਸਟ੍ਰਕਚਰ ਤੋਂ ਵੀ ਵੱਧ ਮੈਂ ਕਹਾਂਗਾ ਜਿਹੜਾ ਸਿਸਟਮ ਸੀ ਐਜੂਕੇਸ਼ਨ ਦਾ, ਉਹਨੂੰ ਵਧਾਉਣ ਨਾਲ ਨਹੀਂ ਮਤਲਬ ਆਈ, ਉਹਨੂੰ ਸਟਰੈਂਥਨ ਕਰਨ ਨਾਲ ਨਹੀਂ ਆਈ, ਉਹਨੂੰ ਕ੍ਰੀਏਟਿਵਲੀ ਡਿਸਰਪਟ ਕਰਨ ਨਾਲ ਆਈ। ਸੋ ਜਿਹੜਾ ਸਾਡਾ ਇਸ ਵੇਲੇ ਐਜੂਕੇਸ਼ਨ ਸਿਸਟਮ ਆ, ਉਹ ਐਜੂਕੇਸ਼ਨ ਸਿਸਟਮ ਜਿਸ ਕਿਸਮ ਦੀਆਂ ਹੁਣ ਪੋਸੀਬਿਲਿਟੀਜ਼ ਜਾਗ ਰਹੀਆਂ ਨੇ ਟੈਕਨੋਲੋਜੀ ਨੂੰ ਲੈ ਕੇ ਜਾਂ ਜਿਹੜੀਆਂ ਐਮਰਜਿੰਗ ਟੈਕਨੋਲੋਜੀਜ਼ ਨੂੰ ਲੈ ਕੇ, ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਕੰਮ ਸੀਗੇ ਜਿਹੜੇ ਨੌਲੇਜ ਵਾਲੇ, ਉਹ ਤਾਂ ਕੰਮ GPT ਬਹੁਤ ਸੌਖੀ ਕਰ ਦਿੰਦੀ ਹੈ। ਹਾਂ, ਆਰਟੀਫਿਸ਼ੀਅਲ ਇੰਟੈਲੀਜੈਂਸ, GPT 3 ਆ ਗਈ, GPT 5 ਆਉਣ ਵਾਲੀ ਆ। GPT 5 ਦੇ ਵਿੱਚ ਤੁਸੀਂ ਸਿਰਫ ਲੈਕਸਿਕ ਮਤਲਬ ਲੈਂਗੁਏਜ ਨੂੰ ਹੀ ਨਹੀਂ, ਤੁਸੀਂ ਵਿਜ਼ੂਅਲਸ ਨੂੰ, ਤੁਸੀਂ ਮਿਊਜ਼ਿਕ ਨੂੰ, ਸਾਊਂਡਸ ਨੂੰ,
ਤੁਸੀਂ ਮਤਲਬ ਇਹ ਨਾ ਈਵਨ ਕੋਡਿੰਗ ਨੂੰ ਸਾਰੇ ਕਾਸੇ ਦੇ ਉੱਤੇ ਕੰਮ ਕਰ ਸਕਦੇ ਹੋ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਸ ਵੇਲੇ ਜਿਹੜੀ ਐਜੂਕੇਸ਼ਨ ਆ ਉਹਨੂੰ ਰੀਥਿੰਕ ਕਰਨਾ ਪਏਗਾ। ਜਿੰਨੀ ਦੇਰ ਤੱਕ ਅਸੀਂ ਐਜੂਕੇਸ਼ਨ ਨੂੰ ਜਿਹੜਾ ਪ੍ਰੈਜ਼ੈਂਟ ਐਜੂਕੇਸ਼ਨ ਸਿਸਟਮ ਆ ਇਹਨੂੰ ਰੀਥਿੰਕ ਨਹੀਂ ਕਰਾਂਗੇ, ਇਹਨੂੰ ਕ੍ਰੀਏਟਿਵਲੀ ਡਿਸਰਪਟ ਨਹੀਂ ਕਰਾਂਗੇ, ਨਵੀਆਂ ਪੋਸੀਬਿਲਿਟੀਜ਼ ਨਹੀਂ ਜਗਾਵਾਂਗੇ ਜਿਹੜੀਆਂ ਕਿ ਮਤਲਬ ਸਾਡੀਆਂ ਜਿਹੜੀਆਂ ਨਵੀਆਂ ਚੇਂਜਸ ਨੇ ਉਹਦੇ ਹਾਣ ਦੀ ਨਹੀਂ ਹੁੰਦੀ, ਉਨੀ ਦੇਰ ਤੱਕ ਕੋਈ ਵੀ ਚੀਜ਼, ਕੋਈ ਵੀ ਇਨਵੈਸਟਮੈਂਟ, ਕੋਈ ਵੀ ਮਤਲਬ ਜੋ ਵੀ ਚੀਜ਼ ਅਸੀਂ ਲੈ ਕੇ ਆਵਾਂਗੇ ਉਹ ਯੂਜ਼ਲੈਸ ਰਹੇਗੀ। ਉਹ ਕੋਈ ਵੀ ਬੈਨੀਫਿਟ ਨਹੀਂ ਦੇ ਸਕੇਗੀ ਪੰਜਾਬ ਦੇ ਲੋਕਾਂ ਨੂੰ। ਤੇ ਕੋਈ ਬੈਨੀਫਿਟ ਲੈਣ ਲਈ ਸਾਨੂੰ ਉਹਦੇ ਲਈ ਤਿਆਰੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੋ ਇਹ ਤਿਆਰੀ ਹੈ ਇਹ ਪੰਜਾਬ ਸੂਬੇ ਦੇ ਮੁੱਖ ਮੰਤਰੀ ਹੋਣਗੇ ਜਿਹੜੇ ਉਹਨਾਂ ਵੱਲੋਂ ਜਾਏਗੀ ਕਿ ਹਾਂ ਅਸੀਂ ਖੁੱਲੇ ਹਾਂ, ਅਸੀਂ ਸਾਡੇ ਕੋਲ ਸਾਨੂੰ ਓਪਰਚੁਨਿਟੀਜ਼ ਦਿਓ, ਸਾਡੇ ਨਾਲ ਨੌਲੇਜ ਸ਼ੇਅਰਿੰਗ ਕਰੋ ਤਾਂ ਕਿ ਅਸੀਂ ਪੰਜਾਬ ਦੀ ਐਜੂਕੇਸ਼ਨ ਐਂਡ ਹੋਰ ਵੀ ਜਿਹੜੀਆਂ ਸੌਫਟਵੇਅਰ ਦੇ ਨਾਲ ਜੁੜੀਆਂ ਇੰਫਰਾਸਟ੍ਰਕਚਰ ਵੀ ਆ। ਹਾਂਜੀ ਹਾਂਜੀ, ਨਹੀਂ ਦੇਖੋ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਇਕੱਲੀ ਚੀਫ ਮਿਨਿਸਟਰ ਦੇ ਲੈਵਲ ਦੀ ਗੱਲ ਆ। ਪੰਜਾਬ ਦੇ ਸਾਰੀ ਮਤਲਬ ਲੋਕਾਂ ਨੂੰ ਜਿਹਦੇ ਵਿੱਚ ਪੰਜਾਬ ਦੇ ਥਿੰਕਰ, ਮੈਂ ਕਹਿੰਦਾ ਪੰਜਾਬ ਦੀ ਅਸੀਂ ਗਾਲਾਂ ਤਾਂ ਹਰ ਵੇਲੇ ਕੱਢਦੇ ਰਹਿੰਦੇ ਹਾਂ ਪੰਜਾਬ ਦੇ ਪੋਲੀਟੀਸ਼ੀਅਨਸ ਨੂੰ, ਕਿ ਪੰਜਾਬ ਦੀ ਜਿਹੜੀ ਇੰਟੈਲੀਜੈਂਸੀ ਆ ਉਹ ਦੀ ਘੱਟ ਰਿਸਪੌਂਸਿਬਿਲਿਟੀ ਬਣਦੀ ਹੈ। ਉਹ ਵੀ ਕੋਈ ਨਵੇਂ ਆਈਡੀਆਜ਼, ਨਵੀਆਂ ਚੀਜ਼ਾਂ, ਨਵੀਆਂ ਪੋਸੀਬਿਲਿਟੀਜ਼ ਲੋਕਾਂ ਦੇ ਮਨਾਂ 'ਚ ਨਹੀਂ ਜਗਾ ਸਕੇ। ਸੋ ਪੰਜਾਬ ਦੀ ਚਾਹੇ ਉਹ ਬਿਜ਼ਨਸ ਕਲਾਸ ਆ, ਚਾਹੇ ਉਹ ਪੋਲੀਟੀਕਲ ਕਲਾਸ ਆ, ਤੇ ਚਾਹੇ ਉਹ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਜਾਂ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਨੇ ਜਾਂ ਹੋਰ ਸਾਰੇ ਲੋਕ ਨੇ, ਇਹ ਸਾਰਿਆਂ ਦੇ ਲੈਵਲ ਦੇ ਉੱਤੇ ਐਫਰਟ ਦੀ ਜ਼ਰੂਰਤ ਹੈਗੀ ਆ। ਅਸੀਂ ਇਕੱਲੇ ਚੀਫ ਮਿਨਿਸਟਰ ਨੂੰ ਜਾਂ ਇਹਨਾਂ ਨੂੰ ਮਤਲਬ ਨਾਲ ਨਹੀਂ ਸਾਰਾ ਕੁਝ ਅਚੀਵ ਕਰ ਪਾਵਾਂਗੇ। ਔਰ ਸੋ ਪਰ ਇਹਦੇ 'ਚ ਬਹੁਤ ਸਾਰੀਆਂ ਪ੍ਰੋਬਲਮ। ਨੰਬਰ 1 ਮੈਂ ਪੂਰੀ ਕਰਨਾ, ਪੰਜਾਬ ਦੇ ਜੇ ਅਸੀਂ ਐਜੂਕੇਸ਼ਨ ਨੂੰ ਟਰਾਂਸਫਾਰਮ ਕਰਨਾ, ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਬਹੁਤ ਵੱਡਾ ਇੱਕ ਨੈਟਵਰਕ ਹੈ, ਇੱਕ ਬਹੁਤ ਵੱਡਾ ਇਨਫਰਾਸਟ੍ਰਕਚਰ ਹੈ, ਪਰ ਉਹ ਇਨਫਰਾਸਟ੍ਰਕਚਰ ਤੇ ਉਹ ਨੈਟਵਰਕ ਉਹ ਚੀਜ਼ ਡਿਲੀਵਰ ਨਹੀਂ ਕਰ ਰਿਹਾ ਜਿਸ ਦੀ ਪੰਜਾਬ ਨੂੰ ਜ਼ਰੂਰਤ ਆ। ਉਹਦੇ ਵਿੱਚ ਉਹਦਾ ਰੀਜ਼ਨ ਕੀ ਆ ਕਿ ਇਸ ਵੇਲੇ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ, ਜੇ ਤੁਸੀਂ ਦੇਖੋ ਪੰਜਾਬ ਦੀਆਂ ਜਿਹੜੀਆਂ ਪਬਲਿਕ ਸੈਕਟਰ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਨੈਕ ਦੇ ਵਿੱਚ ਬੜੇ ਘੱਟ ਨੰਬਰ ਮਿਲ ਰਹੇ ਨੇ, ਔਰ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਉਹ ਯੂਨੀਵਰਸਿਟੀਜ਼ A++ ਤੱਕ ਪਹੁੰਚ ਰਹੀਆਂ ਨੇ। ਦੂਸਰੀ ਗੱਲ, ਪਰ ਜਿਹੜੀਆਂ ਇਹ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਇਹ ਉਸੇ ਤਰ੍ਹਾਂ ਦਾ ਕੰਮ ਕਰ ਰਹੀਆਂ ਨੇ ਐਜੂਕੇਸ਼ਨ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਸਿਰਫ ਟੀਚਿੰਗ ਦਾ ਕੰਮ ਆ। ਇੱਕ ਬੱਚੇ ਤਿਆਰ ਕਰੋ ਔਰ ਉਹਨਾਂ ਨੂੰ ਭੇਜ ਦਿਓ ਤੇ ਉਹ ਜਾ ਕੇ ਨੌਕਰੀਆਂ ਕਰਨ ਲੱਗ ਜਾਣ। ਸੋ ਪਰ ਇਹਦੇ ਮੁਕਾਬਲੇ ਦੇ ਵਿੱਚ ਸਾਨੂੰ ਇਸ ਵੇਲੇ ਜੋ ਰਿਸਰਚ ਦੀ ਲੋੜ ਆ, ਜਾਂ ਜਿਸ ਤਰ੍ਹਾਂ ਐਜੂਕੇਸ਼ਨ ਨੂੰ ਮਤਲਬ ਕਮਰਸ਼ੀਅਲਾਈਜੇਸ਼ਨ ਤੋਂ ਬਾਹਰ ਕੱਢ ਕੇ ਇੱਕ ਪਬਲਿਕ ਗੁੱਡ ਬਣਾਉਣ ਦੀ ਜ਼ਰੂਰਤ ਆ। ਜਿਹੜੀ ਹਾਇਰ ਐਜੂਕੇਸ਼ਨ ਆ ਉਹ ਪ੍ਰਾਈਵੇਟ ਗੁੱਡ ਨਹੀਂ ਹੈ, ਉਹ ਪਬਲਿਕ ਗੁੱਡ ਉਹਨੂੰ ਮੰਨਣਾ ਚਾਹੀਦਾ ਕਿ ਉਹ ਪੰਜਾਬ ਸਟੇਟ ਦਾ, ਪੰਜਾਬ ਦੀ ਯੂਥ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਫਾਰਮਰਸ ਦਾ, ਪੰਜਾਬ ਦੇ ਐਂਟਰਪ੍ਰੈਨਿਓਰਸ ਦਾ ਕਿਵੇਂ ਫਾਇਦਾ ਕਰ ਸਕਦੀ ਆ। ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਉਹਦੀ ਜਿਹੜੀ ਐਜੂਕੇਸ਼ਨ ਸਿਸਟਮ ਦੀ ਜਿਹੜੀ ਰੀਸਟਰਕਚਰਿੰਗ ਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਉਹਦੇ ਲਈ ਇੱਕ ਪ੍ਰੋਬਲਮ ਬਹੁਤ ਵੱਡੀ ਆ ਕਿ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਬੰਦੇ ਨੇ ਉਹ ਪੋਲੀਟੀਕਲੀ ਵੀ ਬਹੁਤ ਸਟਰੋਂਗ ਹੋ ਗਏ। ਪ੍ਰਾਈਵੇਟ ਯੂਨੀਵਰਸਿਟੀ ਦੇ ਜਿਵੇਂ ਸਪੋਜ਼ ਮਤਲਬ ਮੇਰੇ ਤਾਂ ਦੋਸਤ ਹੀ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ। ਲਵਲੀ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਨੇ ਪ੍ਰਾਈਵੇਟ ਯੂਨੀਵਰਸਿਟੀ ਦੇ, ਜਿਹਦੀ ਸਭ ਤੋਂ ਵੱਧ ਕਮਰਸ਼ੀਅਲੀ ਸਕਸੈਸਫੁਲ ਯੂਨੀਵਰਸਿਟੀ ਦੇ, ਉਹ ਸਾਡੇ ਰਾਜ ਸਭਾ ਦੇ ਮੈਂਬਰ ਨੇ। ਸੋ ਮਤਲਬ ਇਹ ਗੱਲ ਲੋਕਾਂ ਦੇ ਮਨਾਂ 'ਚ ਸ਼ੱਕ ਵੀ ਪਾਉਂਦੀ ਆ ਕਿ ਕੀ ਪੰਜਾਬ ਗੌਰਮੈਂਟ ਜਿਹੜੀ ਕਮਰਸ਼ੀਅਲਾਈਜੇਸ਼ਨ ਆਫ ਐਜੂਕੇਸ਼ਨ ਨੂੰ ਇਸ ਤਰ੍ਹਾਂ ਨਾਲ ਫੇਵਰ ਕਰ ਰਹੀ ਆ, ਕੀ ਉਹ ਰੈਡੀਕਲ ਰਿਫਾਰਮਸ ਲਿਆ ਸਕੇਗੀ। ਮੈਂ ਸਮਝਦਾ ਕਿ ਇਸ ਵੇਲੇ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਐਜੂਕੇਸ਼ਨ ਨੂੰ ਰਿਫਾਰਮ ਕਰਨ ਵਾਸਤੇ। ਨੰਬਰ 1 ਸਭ ਤੋਂ ਇੰਪੋਰਟੈਂਟ ਚੀਜ਼ ਆ, ਪੰਜਾਬ ਸਟੇਟ ਹਾਇਰ ਐਜੂਕੇਸ਼ਨ ਰੈਗੂਲੇਟਰੀ ਅਥਾਰਟੀ ਜਾਂ ਰੈਗੂਲੇਟਰੀ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਜਿਹੜਾ ਸਾਰੀ ਚੀਜ਼ ਨੂੰ ਮਤਲਬ ਓਵਰਸੀ ਕਰ ਸਕੇ, ਦੇਖ ਸਕੇ। ਇੱਕ ਨੰਬਰ 2 ਤੇ ਜਿਹੜੀ ਹੋਰ ਬਹੁਤ ਵੱਡੀ ਚੀਜ਼ ਆ ਉਹ ਇਹ ਆ ਕਿ ਜਿਹੜੀਆਂ ਡਿਫਰੈਂਟ ਯੂਨੀਵਰਸਿਟੀਜ਼ ਨੇ ਉਹ ਰੈਪੀਟੇਟਿਵ ਕੰਮ ਵੀ ਕਰੀ ਜਾ ਰਹੀਆਂ ਨੇ, ਉਹ ਆਪੋ ਆਪਣੇ ਹਿਸਾਬ ਨਾਲ ਕਰੀ ਜਾ ਰਹੀਆਂ ਨੇ, ਕਿਤੇ ਰਿਸਰਚ ਹੋ ਰਹੀ ਆ, ਕਿਤੇ ਨਹੀਂ ਹੋ ਰਹੀ। ਇਹ ਸਾਰੀ ਯੂਨੀਵਰਸਿਟੀਆਂ ਦੀ ਇੱਕ ਨੈਟਵਰਕਿੰਗ ਵੀ ਹੋਣੀ ਜ਼ਰੂਰੀ ਆ। ਜਾਂ ਮਤਲਬ ਮੇਰੇ ਕਹਿਣ ਦਾ ਮਤਲਬ ਆ ਇੱਕ ਨੌਲੇਜ ਹਾਈਵੇ ਬਣਨਾ ਚਾਹੀਦਾ। ਇਹ ਨਹੀਂ ਕਿ ਹੁਣ ਅਗਰ ਅਸੀਂ ਨਵੀਆਂ ਟੈਕਨੋਲੋਜੀਜ਼ ਨੂੰ ਲੈ ਕੇ ਅਸੀਂ ਪੰਜਾਬ ਨੂੰ ਤਿਆਰ ਕਰਨਾ ਚਾਹੁੰਦੇ ਹਾਂ ਫॉर ਐਂਟਰਪ੍ਰੈਨਿਓਰਸ਼ਿਪ, ਜਾਂ ਪੰਜਾਬ ਨੂੰ ਉਸੇ ਤਰ੍ਹਾਂ ਦੀ ਇੱਕ ਜਿਵੇਂ ਗ੍ਰੀਨ ਰੈਵੋਲੂਸ਼ਨ ਆਈ ਸੀ, ਇੱਕ ਟੈਕ ਰੈਵੋਲੂਸ਼ਨ ਜਾਂ ਟੈਕਨੋਲੋਜੀ ਦੀ ਰੈਵੋਲੂਸ਼ਨ ਦੇ ਉੱਥੇ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਨਵੀਆਂ ਯੂਨੀਵਰਸਿਟੀਆਂ ਸਟੈਬਲਿਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਹੈ ਅਗਰ ਅਸੀਂ ਇੱਕ ਨੌਲੇਜ ਹਾਈਵੇ ਕ੍ਰੀਏਟ ਕਰ ਲਈਏ ਫॉर ਦਿਸ ਪਰਪਸ, ਉਸ ਨੌਲੇਜ ਹਾਈਵੇ ਦੇ ਵਿੱਚ ਡਿਫਰੈਂਟ ਯੂਨੀਵਰਸਿਟੀਆਂ ਦੀ ਜਿਹੜਾ ਇਨਫਰਾਸਟ੍ਰਕਚਰ
ਇੰਫਰਾਸਟ੍ਰਕਚਰ ਆ, ਉਹਨਾਂ ਦੀ ਜਿਹੜੀ ਐਕਸਪਰਟੀਜ਼ ਆ, ਉਹਨਾਂ ਦੇ ਜਿਹੜੇ ਹਿਊਮਨ ਰਿਸੋਰਸਿਸ ਨੇ, ਉਹਨਾਂ ਨੂੰ ਟ੍ਰੇਨਿੰਗ ਦਵਾ ਕੇ ਜਾਂ ਹਰ ਤਰ੍ਹਾਂ ਨਾਲ ਉਹਨਾਂ ਦੀ ਹੈਲਪ ਕਰਕੇ ਇੱਕ ਅਸੀਂ ਸਿਸਟਮ ਕ੍ਰੀਏਟ ਕਰ ਸਕਦੇ ਹਾਂ, ਜਿਹਦੇ ਰਾਹੀਂ ਅਸੀਂ ਜਿਹੜੀਆਂ ਨਿਊ ਟੈਕਨੋਲੋਜੀਜ਼ ਨੇ ਜਿਹੜੀਆਂ ਇੰਡੀਆ ਦੇ ਵਿੱਚ ਟਰਾਂਸਫਰ ਹੋਣ ਵਾਲੀਆਂ ਨੇ, ਉਹਨਾਂ ਨੂੰ ਅਸੀਂ ਯੂਟੀਲਾਈਜ਼ ਕਰ ਸਕੀਏ, ਉਹਨਾਂ ਦੇ ਨਾਲ ਪੰਜਾਬ ਦੀ ਸਟੇਟ ਦੀ ਡਿਵੈਲਪਮੈਂਟ ਦੇ ਰਾਹ ਖੋਲ੍ਹ ਸਕੀਏ, ਜਿਹਦੇ ਨਾਲ ਪੰਜਾਬ ਦੀ ਯੂਥ ਨੂੰ ਮਤਲਬ ਵੀ ਕੋਈ ਸੁੱਖ ਦਾ ਸਾਹ ਆਵੇ, ਜਿਹਨੂੰ ਤੁਸੀਂ ਕਹਿੰਦੇ ਉਹਨਾਂ ਦੀ ਬੇਚੈਨੀ ਆ ਉਹ ਕਿਸੇ ਹੱਦ ਤੱਕ ਖਤਮ ਹੋਵੇ। ਤੁਸੀਂ ਇਹਦੇ ਵਿੱਚ ਕਾਫੀ ਵੈਸੇ ਐਜੂਕੇਸ਼ਨ ਦੇ ਉੱਤੇ ਵੀ ਤੁਸੀਂ ਕਾਫੀ ਗੱਲ ਕੀਤੀ, ਔਰ ਜਿਹੜਾ ਨੌਲੇਜ ਹਾਈਵੇ ਖੁੱਲੇ ਔਰ ਉਹਦੇ ਨਾਲ ਇੱਕ ਆਪਾਂ ਅਮਰੀਕਾ ਵਰਗੇ ਦੇਸ਼ ਤੋਂ ਵੀ ਜੇ ਸਾਡੀਆਂ ਟਾਈ ਸਟਰੋਂਗ ਹੁੰਦੀਆਂ ਨੇ ਤਾਂ ਅਸੀਂ ਉਹਨਾਂ ਨਾਲ ਇੱਕ ਨੌਲੇਜ ਉਹਨਾਂ ਦੇ ਥਰੂ ਲੈ ਸਕੀਏ, ਈਜ਼ੀ ਹੋ ਜਾਵੇ ਔਰ ਇਨੋਵੇਟਿਵ ਬਣੀਏ। ਸਰ ਮੈਂ ਤੁਸੀਂ ਇੱਕ ਗੱਲ ਵਿੱਚ ਕਹੀ ਸੀ ਡਾਇਸਪੋਰਾ ਦੀ, ਪੰਜਾਬ ਦੀ ਮੈਨੂੰ ਲੱਗਦਾ ਤਾਕਤ ਹੈ ਕਿ ਬਹੁਤ ਵੱਡੇ ਨੰਬਰ ਦੇ ਵਿੱਚ ਸਾਡੇ ਪੰਜਾਬੀ ਜਿਹੜੇ ਨੇ ਉਹ ਅਮਰੀਕਾ 'ਚ ਆਲਰੇਡੀ ਹੈਗੇ ਨੇ, ਬਹੁਤ ਵੱਡਾ ਨੰਬਰ ਹੈ ਜੀ। ਸੋ ਉਹਨਾਂ ਤੇ ਪਲੀਜ਼ ਡਾਇਸਪੋਰਾ ਦੇ ਐਂਗਲ ਨੂੰ ਤੁਸੀਂ ਵਿੱਚ ਕਿਵੇਂ ਦੇਖਦੇ ਹੋ, ਕਿਵੇਂ ਉਹ ਪੰਜਾਬ ਦੀ ਹੈਲਪ ਉਹ ਵੀ ਡਾਇਸਪੋਰਾ ਵੀ ਕਿਵੇਂ ਕਰ ਸਕਦਾ ਹੈ ਤੇ ਉਹ ਇਸ ਸਮੇਂ ਕੀ ਭੂਮਿਕਾ 'ਚ ਹੈ? ਸਰ ਦੇਖੋ, ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਹੋਣੀ ਆ ਡੈਫੀਨੇਟਲੀ ਉਹ ਡਾਇਸਪੋਰਾ ਬਹੁਤ ਮਦਦ ਕਰੇਗਾ। ਜਦੋਂ ਮੈਂ ਨੌਲੇਜ ਹਾਈਵੇ ਦੀ ਗੱਲ ਕਰ ਰਿਹਾ, ਪੰਜਾਬ ਦੇ ਬੰਦੇ ਦੁਨੀਆ ਦੀਆਂ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਿੱਚ ਕੰਮ ਕਰ ਰਹੇ ਨੇ, ਇਹ ਤਾਂ ਆਪਾਂ ਸਮਝਦੇ ਹਾਂ। ਅਲੱਗ-ਅਲੱਗ ਕਾਰਪੋਰੇਸ਼ਨਸ ਦੇ ਵਿੱਚ ਕੰਮ ਕਰ ਰਹੇ, ਕਾਰਪੋਰੇਟ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ, ਗਵਰਨਮੈਂਟ ਦੀਆਂ ਬਹੁਤ ਸਾਰੀਆਂ ਪੋਜੀਸ਼ਨਸ ਤੇ ਕੰਮ ਕਰ ਰਹੇ ਨੇ। ਹੁਣ ਤੁਸੀਂ ਇੱਕ ਹੋਰ ਸਿਚੁਏਸ਼ਨ ਦੇਖੋ, ਵਰਲਡ ਵਾਰ ਵੇਲੇ ਦੀ ਅਮਰੀਕਾ ਕਿਵੇਂ ਸੁਪਰ ਪਾਵਰ ਬਣਿਆ। ਮਤਲਬ ਇੱਕ ਮੈਂ ਜ਼ਿਕਰ ਕਰਨਾ ਚਾਹਾਂਗਾ, ਇੱਕ ਨੋਵਲ ਨਹੀਂ, ਇੱਕ ਬਾਇਓਗ੍ਰਾਫੀ ਦਾ। ਜੌਨ ਨੈਸ਼ ਮੈਥਮੈਟੀਸ਼ੀਅਨਸ ਹੋਏ ਨੇ, ਨੋਬਲ ਲਾਰੀਅਟ ਨੇ, ਉਹਨਾਂ ਦੀ ਕਿਤਾਬ, ਉਹਨਾਂ ਬਾਰੇ ਇੱਕ ਕਿਤਾਬ ਆਈ ਆ ਜਿਹਦਾ ਨਾਂ ਹੈ ਬਿਊਟੀਫੁਲ ਮਾਈਂਡ। ਇਹਦੇ 'ਤੇ ਫਿਲਮ ਵੀ ਬਣੀ, ਬਹੁਤ ਅੱਛੀ ਫਿਲਮ, ਅਕੈਡਮੀ ਅਵਾਰਡ ਵਿਨਿੰਗ ਫਿਲਮ ਹੈਗੀ ਆ। ਉਹ ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ ਸੀਗੇ ਤੇ ਪ੍ਰਿੰਸਟਨ ਯੂਨੀਵਰਸਿਟੀ ਦਾ ਸਾਰਾ ਸੀਨ ਉਹਨਾਂ ਨੇ ਦਿੱਤਾ। ਉਹ ਕੀ ਕਰਦੇ ਨੇ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਮੈਥਮੈਟੀਸ਼ੀਅਨ ਬੈਠਾ, ਕੋਈ ਵੀ ਵੱਡਾ ਮੈਥਮੈਟੀਸ਼ੀਅਨ ਆ, ਉਹਨੂੰ ਸਾਰਿਆਂ ਨੂੰ ਚੁੱਕ ਕੇ ਪ੍ਰਿੰਸਟਨ ਦੇ ਵਿੱਚ ਲੈ ਆਉਂਦੇ ਨੇ ਔਰ ਮੈਥਮੈਟਿਕਸ ਦਾ ਉਹ ਸੈਂਟਰ ਆਫ ਐਕਸਲੈਂਸ ਕ੍ਰੀਏਟ ਕਰ ਦਿੰਦੇ ਨੇ ਕਿ ਦੁਨੀਆ ਦੇ ਸਾਰੇ ਮੈਥਮੈਟੀਸ਼ੀਅਨਸ ਉੱਥੇ ਬੈਠੇ ਨੇ। ਹੁਣ ਸਾਰੇ ਮੈਥਮੈਟੀਸ਼ੀਅਨਸ ਨੂੰ ਚੁੱਕ ਕੇ ਲਿਆਉਣ ਦੀ ਲੋੜ ਨਹੀਂ ਹੈ, ਜਿੱਥੇ ਕੋਈ ਬੈਠਾ ਉੱਥੇ ਬੈਠਾ ਰਹੇ। ਇਹ ਮੈਂ ਆਪਣੇ ਜਿਹੜੇ ਸਾਡੇ ਡਾਇਸਪੋਰਾ ਉਹਦੇ ਕੰਟੈਕਸਟ ਗੱਲ ਕਰ ਰਹੇ ਹਾਂ। ਸਾਡੇ ਮੈਥਮੈਟੀਸ਼ੀਅਨਸ ਜਾਂ ਜਿਹੜੇ ਸਾਡੇ ਮਤਲਬ ਕੰਪਿਊਟਰ ਸਾਇੰਸ ਦੇ ਇੰਜੀਨੀਅਰ ਜਾਂ ਕਿਸੇ ਵੀ ਫੀਲਡ ਦੇ ਇੰਜੀਨੀਅਰ, ਚਾਹੇ ਉਹ ਕਿਸੇ ਵੀ ਫੀਲਡ 'ਚ ਕੰਮ ਕਰਦੇ ਨੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਬਜੈਕਟ ਸਭ ਤੋਂ ਵੱਧ ਇੰਪੋਰਟੈਂਟ ਹੋਣ ਵਾਲਾ ਉਹ ਐਥਿਕਸ ਹੈ। ਤੇ ਸੋ ਮਤਲਬ ਹਰ ਤਰ੍ਹਾਂ ਦੇ ਅਸੀਂ ਇਸ ਕਿਸਮ ਦੇ ਅਸੀਂ ਨੌਲੇਜ ਹਾਈਵੇਜ਼ ਕ੍ਰੀਏਟ ਕਰ ਸਕਦੇ ਹਾਂ। ਸਪੋਜ਼ ਮੈਥਮੈਟਿਕਸ ਆ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ, ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਬੈਠੇ ਨੇ, ਕਿਸੇ ਵੀ ਕਾਰਪੋਰੇਟ ਐਂਟਿਟੀ ਦੇ ਵਿੱਚ ਬੈਠੇ ਨੇ, ਕਿਸੇ ਵੀ ਸਰਕਾਰ ਬੈਠੇ, ਉਹ ਮੈਥਮੈਟੀਸ਼ੀਅਨਸ ਦਾ ਇੱਕ ਨੌਲੇਜ ਹਾਈਵੇ ਬਣ ਸਕਦਾ। ਇਸੇ ਤਰ੍ਹਾਂ ਡਿਫਰੈਂਟ ਏਰੀਆਜ਼ ਦੇ ਵਿੱਚ ਡਿਫਰੈਂਟ ਨੌਲੇਜ ਹਾਈਵੇਜ਼ ਬਣ ਸਕਦੇ ਨੇ, ਜਿਹਦੇ ਵਿੱਚ ਸਿਰਫ ਸਾਡੀਆਂ ਯੂਨੀਵਰਸਿਟੀਆਂ ਹੀ ਨਹੀਂ, ਸਾਡੇ ਜਿਹੜੇ ਬੰਦੇ ਨੇ ਬਾਹਰਲੀਆਂ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਹੋਏ ਨੇ, ਉਹ ਵੀ ਕੰਮ ਕਰ ਸਕਦੇ। ਜਿਵੇਂ ਸਪੋਜ਼ ਰਾਈਸ ਦੇ ਉੱਤੇ ਮਤਲਬ ਤੁਸੀਂ ਆਪਾਂ ਗੱਲ ਕਰ ਲਈਏ ਕਿ ਰਾਈਸ ਦੇ ਉੱਤੇ ਸਭ ਤੋਂ ਵੱਡਾ ਬੰਦਾ ਜਿਹੜਾ ਹੈਗਾ ਡਾਕਟਰ ਖੁਸ਼, ਉਹ ਪੰਜਾਬੀ ਆ, ਸਿੱਖ। ਸੋ ਮਤਲਬ ਇਸ ਤਰ੍ਹਾਂ ਨਾਲ ਹਰੇਕ ਫੀਲਡ ਦੇ ਵਿੱਚ ਬੰਦੇ ਨੇ, ਉਹਨਾਂ ਨੂੰ ਕਿਵੇਂ ਅਸੀਂ ਇਕੱਠੇ ਕਰਕੇ ਉਹਨਾਂ ਦਾ ਬੈਨੀਫਿਟ ਲੈਣਾ। ਇਹਨੂੰ ਅਸੀਂ ਇੱਕ ਸ਼ਬਦ ਵਰਤਦੇ ਹੁੰਦੇ ਹਾਂ ਕਿ ਇੱਕ ਤਾਂ ਕਹਿੰਦੇ ਆ ਅਸੀਂ ਬ੍ਰੇਨ ਡਰੇਨ, ਕਿ ਸਾਡਾ ਜੀ ਸਾਰਾ ਬ੍ਰੇਨ ਬਾਹਰ ਚਲਿਆ ਗਿਆ। ਤੁਸੀਂ ਬ੍ਰੇਨ ਡਰੇਨ ਨੂੰ ਬ੍ਰੇਨ ਸਰਕੂਲੇਸ਼ਨ 'ਚ ਚੇਂਜ ਕਰਨਾ। ਨੌਲੇਜ ਹਾਈਵੇ ਦਾ ਮਤਲਬ ਆ ਕਿ ਬ੍ਰੇਨ ਡਰੇਨ ਨੂੰ ਤੁਸੀਂ ਆਪਣੇ ਬਹੁਤ ਹੀ ਜ਼ਿਆਦਾ ਬੈਨੀਫਿਟ ਲਈ ਯੂਜ਼ ਕਰ ਸਕਦੇ ਹੋ ਇਨ ਦੀ ਫਾਰਮ ਆਫ ਬ੍ਰੇਨ ਸਰਕੂਲੇਸ਼ਨ। ਸੋ ਮਤਲਬ ਇਸ ਕਿਸਮ ਦੀਆਂ ਜਿਹੜੀਆਂ ਸਟ੍ਰੈਟਜੀਜ਼ ਨੇ, ਇਹ ਸਾਨੂੰ ਅਡਾਪਟ ਕਰਨੀਆਂ ਪੈਣੀਆਂ ਨੇ। ਤੇ ਦੂਸਰਾ ਮਤਲਬ ਸਾਡੀ ਜਿਹੜੀ ਇਹ ਡਾਇਸਪੋਰਾ ਤੁਸੀਂ ਗੱਲ ਕਰ ਰਹੇ ਹੋ, ਇਹ ਪੰਜਾਬ ਦੇ ਵਿੱਚ ਇਹ ਤਿੰਨਾਂ ਚੀਜ਼ਾਂ ਨੂੰ ਲਿਆਉਣ ਲਈ ਟੈਕਨੋਲੋਜੀ, ਨੰਬਰ 2 ਤੇ ਕੈਪੀਟਲ, ਨੰਬਰ 3 ਤੇ ਮਾਰਕੀਟ, ਇਹ ਤਿੰਨਾਂ ਲਈ ਜਿਹੜਾ ਡਾਇਸਪੋਰਾ ਉਹ ਇੱਕ ਕਿਸਮ ਦੇ ਇੱਕ ਗਰੁੱਪ ਦੇ ਤੌਰ ਤੇ ਕੰਮ ਕਰ ਸਕਦਾ। ਉਹ ਮਤਲਬ ਇੱਕ ਲੌਬੀ ਕ੍ਰੀਏਟ ਕਰ ਸਕਦਾ, ਜਿਹਦੇ ਰਾਹੀਂ ਇਹ ਜਿਹੜੇ ਸਾਰੇ ਬੈਨੀਫਿਟਸ ਨੇ ਉਹ ਪੰਜਾਬ ਨੂੰ ਮਿਲ ਸਕਣ। ਪਰ ਪੰਜਾਬ ਨੂੰ ਡੈਫੀਨਿਟਲੀ ਤਿਆਰੀ ਕਰਨੀ ਹੋਏਗੀ। ਉਸ ਤਿਆਰੀ ਤੋਂ ਬਿਨਾਂ ਨਾ ਡਾਇਸਪੋਰਾ ਹੈਲਪ ਕਰ ਸਕਦਾ, ਨਾ ਕੋਈ ਜਿਹੜੀਆਂ ਇਹ ਟ੍ਰੀਟੀਜ਼ ਨੇ ਜਾਂ ਇਹ ਕੋਲੈਬੋਰੇਸ਼ਨਸ ਨੇ ਇਹ ਹੈਲਪ ਕਰ ਸਕਦੀਆਂ ਨੇ। ਪੰਜਾਬ ਨੂੰ ਆਪਣੇ ਖੇਤ ਤਿਆਰ ਕਰਨਾ ਪਏਗਾ, ਜਿੱਥੇ ਜਿਹੜੀ ਸਾਰੀ ਦੁਨੀਆ ਭਰ ਦੀ ਕੈਪੀਟਲ ਤੇ ਜਿਹੜੇ ਇਹ ਟੈਕਨੋਲੋਜੀਜ਼ ਨੇ ਉਹ ਆਪਣਾ ਮਤਲਬ ਰੂਪ ਦਿਖਾ ਸਕਣ।
ਪਰ ਸਰ ਤੁਹਾਨੂੰ ਐਵੇਂ ਦੀ ਡਰ ਨਹੀਂ ਹੈ ਇੱਕ ਦਿਲ ਦੇ ਵਿੱਚ ਕਿ ਜਿਹੜਾ ਪਹਿਲਾਂ ਵੀ ਹੁੰਦਾ ਰਿਹਾ ਹੈ ਕਿ ਜ਼ਿਆਦਾ ਐਮਫੈਸਿਸ ਜਿਹੜਾ ਆ ਉਹ ਸਰਕਾਰ ਵੱਲੋਂ ਵੀ ਸਿਰਫ ਔਰ ਸਿਰਫ ਆਪਣੇ ਆਪ ਨੂੰ ਜ਼ਿਆਦਾ ਹਥਿਆਰਾਂ ਦੇ ਲੈਵਲ ਤੇ ਤਾਕਤਵਰ ਬਣਾਉਣ ਤੇ ਹੋਇਆ। ਸੋ ਇੱਕ ਗੱਲ ਬਿਲਕੁਲ ਸਹੀ ਹੈਗੀ ਇਸ ਸਮੇਂ ਤੁਹਾਡੀ ਕਿ ਟੈਕਨੋਲੋਜੀ ਸ਼ੇਅਰਿੰਗ ਵੀ ਹੋਏਗੀ, ਪਰ ਜਦੋਂ ਆਪਾਂ ਆਪਣੇ ਡਾਇਸਪੋਰਾ ਨੂੰ ਦੇਖਦੇ ਹੈਗੇ ਆ, ਵੈਸੇ ਅੱਜ ਆਪਾਂ ਬਹੁਤ ਦਿਨ ਪਹਿਲਾਂ ਇੰਟਰਵਿਊ ਕਰ ਰਹੇ ਹੈਗੇ ਆ, ਹੋ ਸਕਦਾ ਇਹ ਉਹਨਾਂ ਲੋਕਾਂ ਤੱਕ ਪਹੁੰਚੇ। ਸੋ ਡਾਇਸਪੋਰਾ ਦੇ ਵਿੱਚੋਂ ਐਦਾਂ ਦੀ ਤੁਹਾਨੂੰ ਕਿਸੇ ਨੂੰ ਜਾਣਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਆਵਾਜ਼ਾਂ ਉੱਠਣਗੀਆਂ ਕਿ ਅਸੀਂ ਆਪਣੇ ਸੂਬੇ ਲਈ, ਪੰਜਾਬ ਲਈ ਕੁਝ ਕਰਨਾ ਆ ਤਾਂ ਉਹ ਇਹ ਹੋਏਗਾ, ਕੋਈ ਹੈ ਕੁਛ ਐਦਾਂ ਦਾ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਸਾਰੀ ਦੁਨੀਆ 'ਚ ਜਿੱਥੇ ਵੀ ਕੋਈ ਪੰਜਾਬੀ ਬੈਠੇ ਨੇ, ਉਹ ਸਾਰੇ ਚਿੰਤਾ 'ਚ ਨੇ ਕਿ ਪੰਜਾਬ ਦਾ ਕੁਝ ਬਣਨਾ ਚਾਹੀਦਾ। ਪੰਜਾਬ ਹੀ ਉਹਨਾਂ ਦਾ ਐਂਕਰ ਆ ਤੇ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਤੁਸੀਂ ਸਰਵਿਸਿਜ਼, ਜਿਨ੍ਹਾਂ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ। ਹੁਣੇ ਮਤਲਬ ਬਹੁਤ ਸਾਰੇ ਲੋਕ ਜਿਹੜੀਆਂ ਸਾਡੇ ਪੰਜਾਬ ਦੇ ਜਿਹੜੇ ਹੁਣ ਸਾਡੇ ਐਂਬੈਸਡਰ ਅਮਰੀਕਾ ਦੇ ਵਿੱਚ ਪੰਜਾਬੀ ਨੇ, ਇਸ ਤੋਂ ਪਹਿਲਾਂ ਸਰਨਾ ਜੀ ਸੀਗੇ, ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜੇ ਮਤਲਬ ਪੰਜਾਬ ਦੇ ਲੋਕਾਂ ਦੀ ਹੈਲਪ ਕਰਨ ਲਈ, ਪੰਜਾਬ ਦੀ ਗਵਰਨਮੈਂਟ ਨੂੰ ਹਰ ਕਿਸਮ ਦੀ ਸਹਾਇਤਾ ਵਾਸਤੇ ਸਾਰਾ ਪੰਜਾਬ, ਦੁਨੀਆ ਭਰ ਦੇ ਵਿੱਚ ਫੈਲਿਆ ਹੋਇਆ ਪੰਜਾਬ ਤਿਆਰ ਹੈ। ਸੋ ਪੰਜਾਬ ਨੂੰ ਮਤਲਬ ਇਹ ਨਹੀਂ ਹੈਗਾ ਕਿ ਮੈਂ ਇਹ ਗੱਲ ਕਹਿ ਰਿਹਾ ਕਿ ਸਰਕਾਰ ਐਂ ਕਰ ਦੇਵੇ, ਸਰਕਾਰ ਦਾ ਕੰਮ ਆ ਪਾਲਿਸੀਜ਼ ਬਣਾਉਣਾ। ਸੋ ਅਗਰ ਸਰਕਾਰ ਪਾਲਿਸੀ ਲੈਵਲ ਦੇ ਉੱਤੇ ਕੰਮ ਕਰੇ ਤਾਂ ਸਰਟਨਲੀ ਇਹ ਮਤਲਬ ਐਸੀਆਂ ਪਾਲਿਸੀਜ਼ ਕ੍ਰੀਏਟ ਕਰੇ, ਚਾਹੇ ਉਹ ਪਾਲਿਸੀਜ਼ ਐਜੂਕੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਹੁਣ ਜੇ ਐਜੂਕੇਸ਼ਨ ਦੇ ਵਿੱਚ ਮਤਲਬ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਡੈਫਿਸਿਟ ਆ ਉਹ ਹਾਇਰ ਐਜੂਕੇਸ਼ਨ 'ਚ ਸਕੂਲ ਐਜੂਕੇਸ਼ਨ ਆ, ਜਿਹੜੀ ਜਿੰਨਾ ਤੁਸੀਂ ਉਹਨੂੰ ਮਰਜ਼ੀ ਮਤਲਬ ਬਣਾ ਲਓ, ਵਧੀਆ ਬਣਾ ਲਓ, ਸਕੂਲ ਐਜੂਕੇਸ਼ਨ ਦਾ ਜਿਹੜਾ ਬੈਨੀਫਿਟ ਹੈ ਇਸ ਵੇਲੇ ਉਹ ਦੋ ਲੋਕ ਹੀ ਲੈ ਰਹੇ ਨੇ। ਇੱਕ ਤਾਂ ਉਹ ਲੋਕ ਰਹਿ ਰਹੇ ਨੇ ਜਿਹੜੇ ਮਤਲਬ ਬਾਹਰ ਲੋਕਾਂ ਨੂੰ ਐਕਸਪੋਰਟ ਕਰ ਰਹੇ ਨੇ। ਇੱਥੋਂ ਤੁਸੀਂ ਵਧੀਆ ਸਕੂਲਾਂ 'ਚੋਂ ਪੜ੍ਹ ਕੇ ਜਾਂਦੇ ਹੋ, ਬਾਹਰ ਤੁਸੀਂ ਜਾ ਕੇ ਫੋਰਨ ਯੂਨੀਵਰਸਿਟੀ 'ਚ ਪੜ੍ਹੋ ਤੇ ਉੱਥੇ ਇੰਪਲੋਇਮੈਂਟ ਆਪਣੀ ਲੈ ਲਓ। ਇੱਕ ਤਾਂ ਇਸ ਤਰ੍ਹਾਂ ਦਾ ਜਿਹੜਾ ਇਹ ਚੀਜ਼ ਨੂੰ ਇਹ ਫੀਡ ਕਰ ਰਹੇ ਨੇ ਜਿਹੜੀਆਂ ਅੱਛੇ ਸਕੂਲ ਨੇ। ਦੂਜੇ ਅੱਛੇ ਸਕੂਲ ਫੀਡ ਕਰ ਰਹੇ ਨੇ ਮਤਲਬ ਜਿਹੜਾ ਕਮਰਸ਼ੀਅਲ ਐਜੂਕੇਸ਼ਨ ਨੂੰ ਟੂ ਐਨ ਐਕਸਟੈਂਟ। ਜਿਹੜੀਆਂ ਆਮ ਸਾਡੇ ਕਾਲਜਸ ਨੇ, ਪ੍ਰਾਈਵੇਟ ਪਬਲਿਕ ਸੈਕਟਰ ਯੂਨੀਵਰਸਿਟੀਜ਼ ਨੂੰ, ਕਿੰਨੇ ਕੁ ਬੱਚੇ ਨੇ, ਕੋਈ ਕਾਲਜਸ ਖਾਲੀ ਪਏ ਨੇ। ਸੋ ਮਤਲਬ ਸਾਨੂੰ ਜਿਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਆ ਉਹ ਸਕੂਲ ਐਜੂਕੇਸ਼ਨ ਨਾਲੋਂ ਦੀ ਵੀ ਜ਼ਰੂਰਤ ਆ, ਮੈਂ ਉਹਨੂੰ ਨਹੀਂ ਕਹਿੰਦਾ, ਪਰ ਸਭ ਤੋਂ ਵੱਧ ਜ਼ਰੂਰਤ ਅਗਰ ਪੰਜਾਬ ਨੇ ਸਰਵਾਈਵਲ ਲਈ ਜਿਹੜੀ ਸਭ ਤੋਂ ਵੱਧ ਜ਼ਰੂਰਤ ਆ ਉਹ ਹਾਇਰ ਐਜੂਕੇਸ਼ਨ ਦੀ ਜ਼ਰੂਰਤ ਆ। ਇਸੇ ਲਈ ਮੈਂ ਕਹਿਣਾ ਅਗਰ ਪੰਜਾਬ ਸਰਕਾਰ ਥੋੜੀ ਬਹੁਤੀ ਵੀ ਸੀਰੀਅਸ ਹੈ ਇਸ ਗੱਲ ਬਾਰੇ ਤਾਂ ਉਹਨਾਂ ਨੂੰ ਇਮੀਡੀਏਟਲੀ ਪੰਜਾਬ ਸਟੇਟ ਹਾਇਰ ਐਜੂਕੇਸ਼ਨ ਰੈਗੂਲੇਟਰੀ ਅਥਾਰਟੀ ਜਾਂ ਰੈਗੂਲੇਟਰੀ ਕਮਿਸ਼ਨ ਦੀ ਸਥਾਪਨਾ ਕਰਨੀ ਚਾਹੀਦੀ ਆ। ਹਰੇਕ ਜਿਹੜੀ ਸਰਕਾਰ ਆ ਉਹ ਆਉਣ ਤੋਂ ਪਹਿਲਾਂ ਇਹਦਾ ਵਾਅਦਾ ਕਰਕੇ ਆਉਂਦੀ ਆ ਕਿ ਅਸੀਂ ਇਹਦੀ ਸਥਾਪਨਾ ਕਰਾਂਗੇ, ਪਰ ਕੋਈ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹ ਹੋਰ ਕਿਸਮ ਦੇ ਹੋ ਜਾਂਦੇ। ਮੈਂ ਦਰਸ਼ਕਾਂ ਲਈ ਦੱਸ ਦੇਣਾ ਚਾਹੁੰਦੀ ਹਾਂ ਕਿ ਆਪਣੇ ਕੋਲ ਪੰਜਾਬ ਕੋਲ ਕੋਈ ਵੀ ਐਜੂਕੇਸ਼ਨ ਪਾਲਿਸੀ ਆਪਣੀ ਨਹੀਂ ਹੈਗੀ। ਆਪਣੇ ਕੋਲ ਕੋਈ ਐਦਾਂ ਦਾ ਕਮਿਸ਼ਨ ਨਹੀਂ ਹੈ ਜਿੱਥੇ ਆਪਣੇ ਗ੍ਰੇਟ ਮਾਈਂਡ ਜਿਹੜੇ ਨੇ ਉਹ ਬੈਠੇ ਹੋਣ ਔਰ ਉਹ ਤੈਅ ਕਰਨ ਕਿ ਕੀ ਚਾਹੀਦਾ ਹੈਗਾ ਸਾਨੂੰ, ਸਾਡਾ 2050 ਤੱਕ ਕੀ ਵਿਜ਼ਨ ਆ, ਕਿੱਦਾਂ ਦੀ ਅਸੀਂ ਆਪਣੀ ਪਨੀਰੀ ਤਿਆਰ ਕਰਨੀ ਚਾਹੁੰਦੇ ਹਾਂ। ਐਦਾਂ ਦਾ ਕੁਛ ਨਹੀਂ ਹੈ। ਸਿਰਫ ਆਪਣੇ ਬਿਊਰੋਕਰੇਟਸ ਨੇ ਔਰ ਪੋਲੀਟੀਕਲ ਲੋਕ ਨੇ, ਉਹਨਾਂ ਦੇ ਸਹਾਰੇ ਹੀ ਸਾਰਾ ਕੁਛ ਤੈਅ ਹੋ ਰਿਹਾ ਹੈ। ਸੋ ਸਰ ਜਿਹੜੀ ਗੱਲ ਕਰ ਰਹੇ ਹੋ ਚਾਹੁੰਦੇ ਨੇ ਕਿ ਇੱਕ ਕਮਿਸ਼ਨ ਬਣਾਇਆ ਜਾਵੇ, ਨਾ ਕਿ ਸਿਰਫ ਹਾਇਰ ਐਜੂਕੇਸ਼ਨ ਲਈ, ਉਹ ਤਾਂ ਜ਼ਰੂਰੀ ਹੈ ਹੀ ਹੈ, ਬਲਕਿ ਸਕੂਲਾਂ ਦੇ ਲਈ ਵੀ, ਪ੍ਰਾਇਮਰੀ ਸਕੂਲ ਤੋਂ ਹੀ ਸ਼ੁਰੂ ਹੋ ਕੇ ਆਪਣੇ ਕੋਲ ਕੋਈ ਕਮਿਸ਼ਨ ਨਹੀਂ ਹੈਗਾ। ਹਾਂਜੀ ਸਰ, ਪਲੀਜ਼ ਆਪਣੀ ਗੱਲ ਨੂੰ ਕੰਟੀਨਿਊ ਕਰਨਾ। ਹਾਂ, ਦੂਸਰੀ ਗੱਲ ਮਤਲਬ ਆਪਾਂ ਬਿਲਕੁਲ ਕਮਿਸ਼ਨ ਜੇ ਹਾਇਰ ਐਜੂਕੇਸ਼ਨ ਦਾ ਕਮਿਸ਼ਨ ਆ, ਇਹ ਸਰਟਨਲੀ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਨਾਂ ਨੂੰ ਰੈਗੂਲੇਟ ਹੀ ਕਰਨਾ। ਅਸੀਂ ਇਹਨਾਂ ਦੇ ਵਿਚਾਲੇ ਜਿਹੜੀ ਨੈਟਵਰਕਿੰਗ ਆ, ਹਾਈਵੇ ਆ, ਜਿਹੜਾ ਇਹਨਾਂ ਦੀ ਕੋਲੈਬੋਰੇਸ਼ਨ ਆ, ਜਿਹੜੀ ਇਹਨਾਂ ਦੇ ਰਿਸੋਰਸਿਸ ਦੀ ਪ੍ਰੋਪਰ ਐਫੀਸ਼ੀਐਂਟ ਯੂਟਿਲਾਈਜੇਸ਼ਨ ਆ, ਉਹ ਸਾਰੇ ਪਾਸੇ ਨੂੰ ਦੇਖਣਾ। ਸੋ ਮਤਲਬ ਇਸ ਕਿਸਮ ਦੀ ਇੱਕ ਬਾਡੀ ਬਣਨ ਦੀ ਜ਼ਰੂਰਤ ਆ। ਉਹ ਬਾਡੀ ਹੀ ਡਿਫਰੈਂਟ ਮਤਲਬ ਲੋਕਾਂ ਨੂੰ, ਡਿਫਰੈਂਟ ਰਿਸੋਰਸਿਸ ਨੂੰ ਲੈ ਕੇ, ਦੁਨੀਆ ਭਰ ਦੇ ਵਿੱਚ ਫੈਲੇ ਹੋਏ ਰਿਸੋਰਸਿਸ ਨੂੰ ਲੈ ਕੇ ਪੰਜਾਬ ਨੂੰ ਨਵੀਂ ਜਿਹੜੀ ਟੈਕ ਰੈਵੋਲੂਸ਼ਨ ਆ ਉਹਦੇ ਲਈ ਤਿਆਰ ਕਰ ਸਕਦੀ ਆ। ਪੰਜਾਬ ਇਸ ਵੇਲੇ ਇੱਕ ਨੌਲੇਜ ਇਕੋਨੋਮੀ ਦੇ ਵਿੱਚ ਟਰਾਂਸਫਾਰਮ ਹੋਣਾ ਬਹੁਤ ਜ਼ਰੂਰੀ ਆ। ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਇਹਦੇ ਵਿੱਚ ਕਿ ਸਾਨੂੰ ਜਦੋਂ ਅਸੀਂ ਮਤਲਬ ਇੰਡਸਟਰੀ ਦੀ ਗੱਲ ਕਰਦੇ ਆ ਜਾਂ ਐਗਰੀਕਲਚਰ ਦੀ ਗੱਲ ਕਰਦੇ ਆ, ਇਹ ਦੋਨੋਂ ਚੀਜ਼ਾਂ ਹੁਣ ਮਤਲਬ ਬਹੁਤ ਹੱਦ ਤੱਕ ਟਰਾਂਸਫਾਰਮ ਹੋ ਚੁੱਕੀਆਂ ਨੇ। ਇਸ ਵੇਲੇ ਜਿਹੜੀ ਚੀਜ਼ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ ਉਹ ਹੈ ਜਿਹੜੀ ਸੌਫਟ ਜਿਹੜੀਆਂ ਸਕਿੱਲਸ ਨੇ। ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਲੋਕਾਂ ਨੂੰ ਗਾਉਣ ਦਾ ਬਹੁਤ ਸ਼ੌਕ ਆ। ਹਰ ਥਾਂ
ਗਾਉਣ ਵਜਾਉਣ ਲੱਗਿਆ ਰਹਿੰਦਾ। ਐਂਟਰਟੇਨਮੈਂਟ ਬਹੁਤ ਜ਼ਿਆਦਾ ਐਂਟਰਟੇਨਮੈਂਟ ਇੰਡਸਟਰੀ ਹੈਗੀ, ਤੇ ਐਜੂਕੇਸ਼ਨ ਦੇ ਬਹੁਤ ਸਾਰੇ ਇੰਸਟੀਟਿਊਸ਼ਨਸ ਨੇ। ਸਾਡੇ ਲਈ ਦੇਖਣ ਵਾਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਨੌਲੇਜ ਇੰਡਸਟਰੀਜ਼, ਕਲਚਰਲ ਇੰਡਸਟਰੀਜ਼, ਆਰਟ ਇੰਡਸਟਰੀਜ਼, ਇਹਨਾਂ ਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ। ਇਹ ਵੀ ਅਗੇਨ ਇੱਕ ਇਨਫਰਾਸਟਰਕਚਰ ਦੀ ਗੇਮ ਆ, ਇਹ ਵੀ ਟੈਕਨੋਲੋਜੀ ਦੀ ਗੇਮ ਆ, ਜਿਹਦੇ ਰਾਹੀਂ ਪੰਜਾਬ ਬਹੁਤ ਵੱਡੇ ਸਕੇਲ ਦੇ ਉੱਤੇ ਰੈਵਨਿਊ ਜਨਰੇਟ ਕਰ ਸਕਦਾ। ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿਹੜੀਆਂ ਵਿਮਨ ਨੇ, ਕਿੰਨੇ ਕਿਸਮ ਦੇ ਕੰਮ ਜਾਣਦੀਆਂ ਨੇ। ਉਹ ਦਰੀਆਂ ਬੁਣ ਸਕਦੀਆਂ ਨੇ, ਨਾਲੇ ਬੁਣ ਸਕਦੀਆਂ ਨੇ, ਕਢਾਈ ਕਰ ਸਕਦੀਆਂ ਨੇ, ਕੰਧਾਂ ਦੇ ਉੱਤੇ ਚਿੱਤਰ ਬਣਾ ਸਕਦੀਆਂ ਨੇ, ਹਜ਼ਾਰਾਂ ਕੰਮ ਕਰ ਸਕਦੀਆਂ ਨੇ, ਉਹ ਕਰਦੀਆਂ ਰਹੀਆਂ ਨੇ। ਹੁਣ ਅਸੀਂ ਇਹ ਕੰਮ ਜਿਹੜੇ ਸਾਡੇ ਵੱਡੇ ਵੱਡੇ ਮਤਲਬ ਜਿਵੇਂ ਸਟੋਰਸ ਨੇ, ਜਿਹੜੇ ਜਿਵੇਂ ਫੈਬ ਇੰਡੀਆ ਹੈ, ਇਸ ਤਰ੍ਹਾਂ ਨਾਲ ਮੈਂ ਕਹਿੰਦਾ ਅਗਰ ਪੰਜਾਬ ਤੋਂ ਵੱਡਾ ਬ੍ਰਾਂਡ ਕੋਈ ਨਹੀਂ, ਅਗਰ ਅਸੀਂ ਫੂਡ ਦੇ ਉੱਤੇ, ਟੈਕਸਟਾਈਲ ਕ੍ਰਾਫਟਸ ਦੇ ਉੱਤੇ, ਜਾਂ ਇਹਨਾਂ ਆਰਟਸ ਦੇ ਉੱਤੇ ਅਸੀਂ ਆਪਣਾ ਮਤਲਬ ਇਸ ਕਿਸਮ ਦੇ ਬ੍ਰਾਂਡ ਕ੍ਰੀਏਟ ਕਰੀਏ, ਇਸ ਕਿਸਮ ਦੇ ਪਲੇਟਫਾਰਮਸ ਕ੍ਰੀਏਟ ਕਰੀਏ, ਤਾਂ ਪੰਜਾਬ ਦੀ ਸਾਰੀ ਜਿਹੜੀ ਬੇਰੁਜ਼ਗਾਰ ਜਨਤਾ, ਉਹਨਾਂ ਨੂੰ ਅਸੀਂ ਬਹੁਤ ਖੂਬਸੂਰਤ ਰੁਜ਼ਗਾਰ ਦੇ ਸਕਦੇ ਹਾਂ। ਇਹਦੇ ਲਈ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਗਵਰਨਮੈਂਟ ਨੂੰ ਸਿਰਫ ਪਾਲਿਸੀਜ਼ ਬਣਾਉਣ ਦੀ ਲੋੜ ਹੈ। ਪਾਲਿਸੀਜ਼ ਇਸ ਕਰਕੇ ਨਹੀਂ ਬਣਦੀਆਂ ਕਿਉਂਕਿ ਜਿਹੜੀ ਬਿਊਰੋਕ੍ਰੇਸੀ ਆ, ਸਰਕਾਰ ਬਿਊਰੋਕ੍ਰੇਸੀ ਦੇ ਕਬਜ਼ੇ 'ਚ ਹੁੰਦੀ ਆ ਮੇਨਲੀ ਜ਼ਿਆਦਾਤਰ, ਔਰ ਬਿਊਰੋਕ੍ਰੇਸੀ ਦਾ ਇੱਕੋ ਹੀ ਮਤਲਬ ਸਲੋਗਨ ਜਾਂ ਇੱਕੋ ਹੀ ਉਹਨਾਂ ਦਾ ਮਤਲਬ ਇੱਛਾ ਹੁੰਦੀ ਆ ਕਿ ਜਿਹੜਾ ਸਟੇਟਸ ਕੋ ਆ ਬਣਿਆ ਰਹੇ, ਕੋਈ ਨਵੀਂ ਚੀਜ਼ ਨਾ ਕਰਨੀ ਪਵੇ। ਉਹਦੇ ਨਾਲ ਕਿਹੜੇ ਨਵੇਂ ਝੰਜਟਾਂ 'ਚ ਪਵਾਂਗੇ, ਜਾਂ ਜੇ ਨਵੀਂ ਚੀਜ਼ ਕਰਾਂਗੇ ਤਾਂ ਸਾਨੂੰ ਐਕਸਪਰਟਸ ਲਿਆਉਣੇ ਪੈਣਗੇ, ਟੈਕਨੋਲੋਜਿਸਟ ਲਿਆਉਣੇ ਪੈਣਗੇ, ਉਹਨਾਂ ਦੀ ਹੈਲਪ ਲੈਣੀ ਪੈਣੀ ਆ। ਇਹਦਾ ਮਤਲਬ ਅਸੀਂ ਪਾਵਰ ਸ਼ੇਅਰ ਕਰਾਂਗੇ। ਉਹ ਇਸ ਕਰਕੇ ਕੁਛ ਵੀ ਨਵਾਂ ਨਹੀਂ ਹੋਣ ਦਿੰਦੇ। ਤੇ ਜਦੋਂ ਅਸੀਂ ਦੇਖਦੇ ਹਾਂ ਕਿ ਗ੍ਰੀਨ ਰੈਵੋਲੂਸ਼ਨ ਵੀ ਆਈ ਆ, ਉਸ ਵੇਲੇ ਪਹਿਲੀ ਵਾਰ ਹੋਇਆ ਸੀ ਕਿ ਮਤਲਬ ਜਿਹੜਾ ਸਾਇੰਸ ਮਤਲਬ ਐਗਰੀਕਲਚਰ ਦਾ ਜਿਹੜਾ ਸਾਇੰਸ ਟੈਕਨੋਲੋਜੀ ਦਾ ਜਿਹੜਾ ਮਿਨਿਸਟਰੀ ਹੈਗੀ ਆ, ਉਹਦਾ ਜਿਹੜਾ ਸੈਕਟਰੀ ਆ, ਪ੍ਰਿੰਸੀਪਲ ਜਾਂ ਉਹਦਾ ਮਤਲਬ ਮੇਨ ਜਿਹੜਾ ਬਿਊਰੋਕਰੈਟ ਦੀ ਥਾਂ ਐਗਰੀਕਲਚਰ ਸਾਇੰਟਿਸਟ ਨੂੰ ਲਾਇਆ ਗਿਆ ਸੀ। ਸੋ ਇਹ ਡਰ ਇਹਨਾਂ ਦੇ ਲੱਗਿਆ ਰਹਿੰਦਾ ਵੀ ਜੇ ਕੁਛ ਨਵਾਂ ਕੋਈ ਵੱਡਾ ਕੰਮ ਕਰਨਾ ਹੋਇਆ ਫਿਰ ਅਸੀਂ ਤਾਂ ਕਰ ਜੋਗੇ ਹੈ ਨਹੀਂ, ਕੋਈ ਉਹੋ ਜਿਹੇ ਬੰਦੇ ਲਿਆਉਣੇ ਪੈਣਗੇ। ਇਸ ਕਰਕੇ ਜਿਹੜੀਆਂ ਬਿਊਰੋਕ੍ਰੇਸੀਜ਼ ਨੇ ਉਹ ਸਰਕਾਰਾਂ ਨੂੰ ਜਿਹੜੇ ਅੱਛੇ ਕੰਮ ਨੇ ਉਹ ਨਹੀਂ ਕਰਨ ਦਿੰਦੀਆਂ। ਜੀ ਸਰ, ਸੋ ਬਹੁਤ ਵਧੀਆ ਤੁਸੀਂ ਗੱਲ ਕਹੀ ਕਿ ਪਿੰਡਾਂ ਦੇ ਵਿੱਚ ਬੈਠੀਆਂ ਔਰਤਾਂ ਜਿਹੜੀਆਂ ਅੱਜ ਕੱਲ੍ਹ ਤਾਂ ਬਹੁਤ ਐਨਲਾਈਟਨਡ ਸੋਲਸ ਨੇ ਜੀ, ਉਹ ਉਹਨਾਂ ਦੇ ਦਰੀਆਂ ਬੁਣਨ ਤੋਂ ਬਹੁਤ ਅਗਾਂਹ ਲੰਘ ਚੁੱਕੀਆਂ ਨੇ। ਉਹਨਾਂ ਕੋਲ ਲੈਪਟਾਪ ਹੈ, ਫੋਨ ਹੈ, ਉਹਦੇ ਥਰੂ ਉਹ ਬਾਹਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਟਿਊਸ਼ਨਸ ਪੜ੍ਹਾਉਂਦੀਆਂ ਨੇ ਸਰ ਆਨਲਾਈਨ। ਇਹ ਬਹੁਤ ਤਰ੍ਹਾਂ ਦੇ ਇਨੋਵੇਟਿਵ ਢੰਗ, ਜਿਹੜੇ ਤੁਸੀਂ ਕਿਹਾ ਪੰਜਾਬੀ ਬਹੁਤ ਇਨੋਵੇਟਿਵ ਹੁੰਦੇ ਆ, ਉਹਨਾਂ ਨੇ ਬਹੁਤ ਵਧੀਆ ਲੱਭ ਲਏ ਨੇ ਸਰ। ਬਸ ਥੋੜਾ ਜਿਹਾ ਪਾਲਿਸੀ ਮੇਕਿੰਗ ਦੀ ਜਿਹੜੀ ਕਮੀ ਹੈਗੀ ਹੈ। ਇਹੀ ਜਿਹੜੀ ਚੀਜ਼ ਆ ਹੁਣ ਐਜੂਕੇਸ਼ਨ ਦੇ ਵਿੱਚ, ਮੈਂ ਤੁਹਾਨੂੰ ਦੱਸਦਾ, ਅਸੀਂ ਐਜੂਕੇਸ਼ਨ ਨੂੰ ਸਮਝਦੇ ਹਾਂ ਸਿਰਫ ਕਲਾਸਰੂਮ ਟੀਚਿੰਗ, ਅਸੀਂ ਟੀਚ ਕਰ ਦੋ। ਨੌਲੇਜ ਤਾਂ ਮਤਲਬ ਮੈਂ ਸਮਝਦਾ ਕਿ ਕਿਸੇ ਵੀ ਟੀਚਰ ਨਾਲੋਂ ਜਿਹੜੀ GPT ਆ ਉਹ 1000 ਟਾਈਮਸ ਬੈਟਰ ਤੇ ਵਧੀਆ ਮਤਲਬ ਨੌਲੇਜ ਪ੍ਰੋਵਾਈਡ ਕਰ ਸਕਦੀ ਆ। ਗੱਲ ਤਾਂ ਇਹ ਆ ਕਿ ਉਸ ਨੌਲੇਜ ਨੂੰ ਇੰਪਲੀਮੈਂਟ ਕਿਵੇਂ ਕਰਨਾ, ਉਹਨੂੰ ਪ੍ਰੈਕਟਿਸ 'ਚ ਕਿਵੇਂ ਲੈ ਕੇ ਆਉਣਾ, ਉਹਦੇ ਲਈ ਕਿਹੜੀਆਂ ਸਕਿੱਲਸ ਚਾਹੀਦੀਆਂ ਨੇ। ਦੋ ਕਿਸਮ ਦੀਆਂ ਸਕਿੱਲਸ ਨੇ, ਟੈਕਨੋਲੋਜੀਕਲ ਸਕਿੱਲਸ ਕਿਹੜੀਆਂ ਚਾਹੀਦੀਆਂ ਨੇ ਤੇ ਸੌਫਟ ਸਕਿੱਲਸ ਜਾਂ ਕੋਗਨੀਟਿਵ ਸਕਿੱਲਸ ਕਿਹੜੀਆਂ ਚਾਹੀਦੀਆਂ ਨੇ। ਦੂਸਰੀ ਉਹਦੇ ਲਈ ਵੱਡੀ ਗੱਲ ਇਹ ਹੈਗੀ ਆ ਕਿ ਉਹ ਸਕਿੱਲਸ ਦੇ ਨਾਲ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਲਈ ਕਿਸ ਕਿਸਮ ਦਾ ਵੈਲਿਊ ਸਿਸਟਮ ਚਾਹੀਦਾ, ਕਿਹੋ ਜਿਹੀਆਂ ਵੈਲਿਊਜ਼ ਚਾਹੀਦੀਆਂ ਨੇ। ਉਹਦੇ ਲਈ ਐਂਪਥੀ ਚਾਹੀਦੀ ਹੈ। ਸੋ ਜੇ ਅਸੀਂ ਇਹ ਕੰਮ ਕਰਨਾ ਜਿਹਦੀ ਅਸੀਂ ਹੁਣ ਗੱਲ ਕਰ ਰਹੇ ਹਾਂ, ਉਹ ਬਿਨਾਂ ਐਂਪਥੀ ਤੋਂ ਪੋਸੀਬਲ ਨਹੀਂ ਹੈ। ਉਹ ਕੰਪੀਟੀਸ਼ਨ ਵਾਲੀ ਕਹਾਣੀ ਗਈ, ਉਹ ਕੋਆਪਰੇਸ਼ਨ ਦੀ ਜਿਹੜੀ ਕਹਾਣੀ ਆ ਉਹ ਐਂਪਥੀ ਦੇ ਉੱਤੇ ਬੇਸਡ ਹੋਣੀ ਆ। ਸੋ ਸਾਡੀਆਂ ਜਿਹੜੀਆਂ ਸਾਰੀਆਂ ਵੈਲਿਊਜ਼ ਨੇ ਉਹ ਵੀ ਚੇਂਜ ਕਰਨੀਆਂ ਪੈਣਗੀਆਂ, ਤਾਂ ਹੀ ਅਸੀਂ ਮਤਲਬ ਜਾਂ ਇਹ ਕਹਿ ਲਓ ਕਿ ਪੰਜਾਬ ਨੂੰ ਆਪਣੀਆਂ ਪੁਰਾਣੀਆਂ ਵੈਲਿਊਜ਼ ਜਿਹੜੀਆਂ ਐਂਪਥੀ ਤੇ ਟਿਕੀਆਂ ਹੋਈਆਂ ਸੀ, ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਉਹ ਦਇਆ ਵਾਲੀਆਂ ਜਿਹੜੀਆਂ ਸਾਡੀਆਂ ਵੈਲਿਊਜ਼ ਨੇ ਉਹ ਸਾਨੂੰ ਰਿਕਵਰ ਕਰਨੀਆਂ ਪੈਣੀਆਂ ਨੇ। ਅਸੀਂ ਕਿਤੇ ਤੋਂ ਕੁਝ ਲੈਣ ਨਹੀਂ ਜਾਂਦਾ, ਸਾਰਾ ਕੁਝ ਸਾਡੇ ਅੰਦਰ ਆ, ਸਾਡੇ ਕੋਲ ਆ, ਸਾਡੀ ਟ੍ਰੈਡੀਸ਼ਨਸ ਦੇ ਵਿੱਚ ਪਿਆ ਹੋਇਆ। ਤੇ ਜਿਹੜੀ ਨਵਾਂ ਸੰਸਾਰ ਅਸੀਂ ਬਿਲਡ ਕਰਨਾ ਚਾਹੁੰਦੇ ਆ, ਉਹਦਾ ਵੈਲਿਊ ਸਿਸਟਮ ਸਾਨੂੰ ਗੁਰੂ ਸਾਹਿਬ ਪਹਿਲਾਂ ਹੀ ਦੇ ਚੁੱਕੇ ਨੇ। ਸੋ ਅਸੀਂ ਕੁਝ ਨਵਾਂ ਸਿੱਖਣਾ ਨਹੀਂ ਹੈ, ਅਸੀਂ ਜਿਹੜਾ ਹੋਇਆ ਜਾਂ ਕੁਝ ਸਿੱਖਿਆ ਹੋਇਆ ਉਹ ਅਨਲਰਨ ਕਰਕੇ ਆਪਣੇ ਆਪ ਨੂੰ ਡਿਸਕਵਰ ਕਰਨਾ। ਜੀ ਸਰ, ਸੋ ਇੰਡੀਆ ਦੀਆਂ ਤੇ USA ਦੀ ਜਿਹੜੀ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਹੈ, ਇਹ ਹੈ ਤਾਂ ਥੋੜਾ ਜਿਹਾ ਹਜੇ ਵੀ ਕੰਪਲੀਕੇਟਡ ਹੈ ਜੀ, ਕਿਉਂਕਿ USA ਦੀ ਪਾਲਿਸੀ ਅਲੱਗ ਹੈਗੀ ਔਰ ਇੰਡੀਆ ਜਿਹੜਾ ਹਮੇਸ਼ਾ ਹੀ ਨਾਨ ਅਲਾਈਨਡ ਹੀ ਰਹਿਣਾ ਚਾਹੁੰਦਾ ਆ, ਕਿਸੇ ਵੱਲ ਵੀ ਜ਼ਿਆਦਾ ਡਟ ਕੇ ਖੜਾ ਨਹੀਂ ਹੋਣਾ ਚਾਹੁੰਦਾ, ਕਿਉਂਕਿ ਜੇ ਖੜੇ ਹੋ ਜਾਣਗੇ ਤਾਂ ਅਮਰੀਕਾ ਐਕਸਪੈਕਟੇਸ਼ਨਸ ਲਾਏਗਾ ਔਰ ਹਾਈ ਐਕਸਪੈਕਟੇਸ਼ਨਸ ਹੋ ਸਕਦਾ ਇੰਡੀਆ ਮੀਟ ਨਾ ਕਰ ਸਕੇ। ਜੀ ਸਰ, ਦੇਖੋ ਮੇਰੀ ਵਜ੍ਹਾ ਦੀ ਗੱਲ ਇਹ ਗੱਲ ਕਹਿਣਾ, ਅਮਰੀਕਾ ਔਰ ਨੋ ਅਮਰੀਕਾ,
ਅਮਰੀਕਾ ਸਾਨੂੰ ਇੱਕ ਬਹੁਤ ਵੱਡੀ ਅਪਰਚੁਨਿਟੀ ਮਿਲ ਰਹੀ ਆ। ਅਮਰੀਕਾ ਇਸ ਕਰਕੇ ਨਹੀਂ ਮਤਲਬ ਸਾਡੇ ਲਈ ਕੋਲ ਆ ਰਿਹਾ ਜਾਂ ਅਸੀਂ ਅਮਰੀਕਾ ਦੇ ਨਾਲ ਜਾ ਰਹੇ ਕਿ ਸਾਨੂੰ ਅਮਰੀਕਾ ਦੀ ਲੋੜ ਆ ਨਾ, ਅਮਰੀਕਾ ਨੂੰ ਲੋੜ ਆ। ਅਮਰੀਕਾ ਆਪਣੀ ਲੋੜ ਨੂੰ ਮਤਲਬ ਇਸ ਪਾਸੇ ਡਾਇਰੈਕਸ਼ਨ 'ਚ ਆ ਰਿਹਾ। ਜੇ ਸਾਡੇ ਲੋਕ, ਸਾਡੀ ਯੂਥ ਅਮਰੀਕਾ 'ਚ ਜਾ ਰਹੀ ਆ ਤਾਂ ਇਸ ਕਰਕੇ ਨਹੀਂ ਜਾ ਰਹੀ ਕਿ ਉਹ ਇੱਥੇ ਭੁੱਖੀ ਮਰ ਰਹੀ ਸੀ, ਇਸ ਕਰਕੇ ਜਾ ਰਹੀ ਆ ਕਿ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਚੀਜ਼ਾਂ ਅਟਰੈਕਟ ਕਰ ਰਹੀਆਂ ਨੇ। ਉਹਨਾਂ ਲੋਕਾਂ ਨੂੰ ਸਾਡੀ ਮੈਨ ਪਾਵਰ ਦੀ ਜ਼ਰੂਰਤ ਆ। ਜਿਹੜੀਆਂ ਮਤਲਬ ਬਹੁਤ ਵੱਡੀਆਂ ਕਾਰਪੋਰੇਸ਼ਨਸ ਨੇ ਅਮਰੀਕਾ ਦੀਆਂ, ਉਹਨਾਂ ਨੂੰ ਇੰਡੀਅਨਸ ਹੈਡ ਕਰ ਰਹੇ ਨੇ। ਇਸ ਕਰਕੇ ਇੰਡੀਅਨਸ ਦੀ ਜਾਂ ਸਾਡੇ ਵਰਗੇ ਲੋਕਾਂ ਦੀ ਉਹਨਾਂ ਨੂੰ ਜ਼ਰੂਰਤ ਆ। ਆਪਾਂ ਇਹ ਨਾ ਸਮਝੀਏ ਕਿ ਉਹ ਆਪਣੀ ਜ਼ਰੂਰਤ ਕਰਕੇ ਹੀ ਮਤਲਬ ਸਾਡੀ ਸਹਾਇਤਾ ਚਾਹੁੰਦੇ ਨੇ। ਔਰ ਦੇਖੋ ਦੂਸਰੀ ਗੱਲ ਇਹ ਆ ਕਿ ਇਹ ਕਦੇ ਵੀ ਪੋਸੀਬਲ ਨਹੀਂ ਹੈ ਕਿ ਅਮਰੀਕਾ ਆਪਣੇ ਆਪ 'ਚ ਸਾਰਾ ਕੁਝ ਕਰ ਲੇਗਾ, ਰਸ਼ੀਆ ਜਾਂ ਆਪਣੇ ਆਪ 'ਚ ਹੀ ਕਰ ਲੇਗਾ, ਚਾਈਨਾ। ਇਸ ਵੇਲੇ ਇਹ ਜਿਹੜਾ ਇੱਕ ਗਲੋਬਲ ਵਰਲਡ ਆ, ਇਹ ਪਾਰਟਿਸਪੇਟਰੀ ਵਰਲਡ ਆ, ਇਹ ਸਾਰਿਆਂ ਨੂੰ ਇੱਕ ਦੂਸਰੇ ਨਾਲ ਰਲ ਕੇ ਹੀ ਕੰਮ ਕਰਨਾ ਪੈਣਾ। ਸੋ ਇਸ ਸਥਿਤੀ ਦੇ ਵਿੱਚ ਮੈਂ ਸਮਝਦਾ ਕਿ ਸਾਡੇ ਲਈ ਕਰਨ ਵਾਲੀ ਗੱਲ ਇਹ ਨਹੀਂ ਹੈ ਕਿ ਅਮਰੀਕਾ ਦੇ ਨਾਲ ਕੀ ਰਿਲੇਸ਼ਨ ਹੁੰਦੇ ਨੇ, ਕੀ ਨਹੀਂ ਹੁੰਦੇ। ਸਾਡੇ ਲਈ ਗੱਲ ਇਹ ਆ ਕਿ ਨਵੇਂ ਦੁਆਰ ਖੁੱਲ੍ਹ ਰਹੇ ਨੇ, ਉਹਨਾਂ ਦੁਆਰਾਂ ਦੇ ਲਈ ਅਸੀਂ ਤਿਆਰ ਰਹੀਏ ਤਾਂ ਕਿ ਅਸੀਂ ਜਿਹੜੀ ਨਵੀਂ ਦੁਨੀਆ ਬਿਲਡ ਹੋਣ ਜਾ ਰਹੀ ਆ, ਉਸ ਦੁਨੀਆ ਦੇ ਵੱਡੇ ਪਾਰਟਿਸਪੈਂਟ ਹੋਈਏ ਔਰ ਦੁਨੀਆ ਨੂੰ ਇਸ ਡਾਇਰੈਕਸ਼ਨ ਦੇ ਵਿੱਚ ਲੀਡ ਕਰ ਸਕੀਏ, ਜਿਹਦੀ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬਹੁਤ ਪੋਸੀਬਿਲਿਟੀ ਆ ਕਿ ਆਉਣ ਵਾਲੇ ਸੰਸਾਰ ਨੂੰ ਪੈਸੇ ਨੇ ਨਹੀਂ, ਵੈਲਿਊਜ਼ ਨੇ ਲੀਡ ਕਰਨਾ। ਔਰ ਪੰਜਾਬ ਕੋਲ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਉਹ ਵੈਲਿਊਜ਼ ਬਹੁਤ ਇੰਟੈਕਟ ਨੇ। ਸਿਰਫ ਜਿਹੜੇ ਉਹਦੇ ਤੇ ਪਰਦੇ ਪਏ ਹੋਏ ਸੀ ਉਹਨਾਂ ਨੂੰ ਹਟਾਉਣਾ, ਜਿਹੜੀ ਅਵਿਦਿਆ ਉਹਨੂੰ ਦੂਰ ਕਰਨਾ। ਵਿਦਿਆ ਸਾਡੇ ਮਨਾਂ ਦੇ ਅੰਦਰ, ਦਿਲਾਂ ਦੇ ਅੰਦਰ ਗੁਰੂਆਂ ਨੇ ਪਹਿਲਾਂ ਹੀ ਭਰੀ ਹੋਈ ਹੈ। ਜੀ ਗਰੇਵਾਲ ਸਰ, ਮੈਨੂੰ ਲੱਗਦਾ ਕਿ ਅੱਜ ਦੀ ਇਸ ਇੰਟਰਵਿਊ ਨੂੰ ਵਿਰਾਮ ਦੇਣਾ ਚਾਹੀਦਾ ਹੈ ਤੇ ਕਾਫੀ ਸਮਾਂ ਆਪਾਂ ਲੰਘ ਆਏ ਆਡੀਅנס ਦਾ, ਤੇ ਤੁਸੀਂ ਆਪਣੀ ਇਹ ਜਾਣਕਾਰੀ ਸ਼ੇਅਰ ਕੀਤੀ ਔਰ ਦੱਸਿਆ ਕਿ ਇਹ ਬਦਲਦੇ ਹੋਏ ਰਿਸ਼ਤਿਆਂ ਤੋਂ ਆਪਾਂ ਕਿਵੇਂ ਫਾਇਦਾ ਲੈ ਸਕਦੇ ਹਾਂ, ਬੈਨੀਫਿਟ ਲੈ ਸਕਦੇ ਹਾਂ, ਜਿਹੜਾ ਆਉਣ ਵਾਲੀ ਸਾਡੀ ਪਾਲਿਸੀ ਮੇਕਿੰਗ ਦੇ ਵਿੱਚ ਫਰਦਰ ਰਿਫਲੈਕਟ ਹੋਣਾ ਚਾਹੀਦਾ ਹੈ। ਸਰ ਥੈਂਕ ਯੂ, ਤੁਸੀਂ ਆਪਣਾ ਸਮਾਂ ਕੱਢਿਆ, ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਥੈਂਕ ਯੂ ਮਨਵੀਰ ਜੀ, ਥੈਂਕ ਯੂ ਸੋ ਮਚ।